हाँ जी, सत श्री अकाल जी। स्वागत है तुहाडा अपने चैनल कैरियर एंड इन्फो ਦੇ ਵਿੱਚ ਤੇ ਅੱਜ ਮੈਂ ਤੁਹਾਡੇ ਵਾਸਤੇ ਕੰਪਲੀਟ ਇੰਡੀਆ ਜੀਕੇ ਦੇ ਟੌਪ 100 ਕੁਐਸਚਨ ਲੈ ਕੇ ਹਾਜ਼ਰ ਹਾਂ। ਸੋ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਬਣੇ ਰਹੋ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਹਦੇ ਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ। ਠੀਕ ਹੈ, ਸੋ ਚੱਲਦੇ ਹਾਂ ਜੀ ਆਪਾਂ ਪਹਿਲੇ ਕੁਐਸਚਨ ਦੇ ਵੱਲ। ਪਹਿਲਾ ਕੁਐਸਚਨ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ। ਸੋ ਜਿੰਨੇ ਵੀ ਕੁਐਸਚਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਇੱਕ ਵਾਰੀ ਆਪਣੇ ਮਾਈਂਡ ਵਿੱਚ ਆਨਸਰ ਜ਼ਰੂਰ ਸੋਚਣਾ ਹੈ ਤੇ ਤੁਸੀਂ ਜੇਕਰ ਤੁਹਾਨੂੰ ਆਨਸਰ ਪਤਾ ਹੋਏਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਲਿਖਣਾ ਹੈ। ਇਸ ਦਾ ਵੀ ਜਿਨ੍ਹਾਂ ਨੂੰ ਆਨਸਰ ਪਤਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਛੇਤੀ ਤੋਂ ਛੇਤੀ ਲਿਖ ਦਿਓ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਕਰਨਾਟਕ। ਹਾਂਜੀ, ਬਿਲਕੁਲ ਇਹਦਾ ਰਾਈਟ ਆਨਸਰ ਹੈ ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਕਰਨਾਟਕ ਵਿੱਚ ਮਿਲਦਾ ਹੈ। ਇਹ ਤਾਂ ਪਤਾ ਲੱਗ ਗਿਆ ਤੁਹਾਨੂੰ ਕਿ ਕਰਨਾਟਕ ਵਿੱਚ ਮਿਲਦਾ ਹੈ, ਪਰ ਕਰਨਾਟਕ ਵਿੱਚ ਕਿੱਥੇ ਮਿਲਦਾ ਹੈ ਇਹ ਵੀ ਤੁਹਾਨੂੰ ਦੱਸ ਦਿਆਂ। ਜਿੰਨੀ ਵੀ ਜਾਣਕਾਰੀ ਮੈਂ ਅਲੱਗ ਤੋਂ ਦੱਸੂਗਾ ਇਹ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣੀ ਹੈ। ਠੀਕ ਹੈ, ਸੋ ਕਰਨਾਟਕ ਵਿੱਚ ਖਦਾਨ ਹੈ ਜੀ ਜਿਹਦਾ ਨਾਮ ਹੈ ਜੀ KGF। ਠੀਕ ਹੈ ਜੀ, KGF ਤੁਸੀਂ ਮੂਵੀ ਵੀ ਦੇਖੀ ਹੋਏਗੀ, ਉਸ 'ਤੇ ਹੀ ਡਿਪੈਂਡ ਹੈ। ਠੀਕ ਹੈ, ਸੋ KGF ਦੀ ਜੋ ਫੁੱਲ ਫੋਮ ਹੈ ਇਹ ਜੀ ਕਲਾਰਕ ਗੋਲਡ ਫੀਲਡ ਏਜ ਦੀ ਫੁੱਲ ਫੋਮ ਹੈ, ਇਹ ਵੀ ਤੁਸੀਂ ਧਿਆਨ ਵਿੱਚ ਰੱਖਣੀ ਹੈ। ਠੀਕ ਹੈ, ਸੋ ਇਹ ਜੋ ਖਦਾਨ ਹੈ ਇਹ ਬੰਦ ਕਰ ਦਿੱਤੀ ਗਈ ਸੀ 2001 ਤੋਂ 2002 ਦੇ ਵਿੱਚ। ਠੀਕ ਹੈ, ਇਸ ਵਿੱਚ ਸੋਨਾ ਤਾਂ ਬਹੁਤ ਹੈ ਹਾਲੇ ਵੀ, ਪਰ ਇਸ ਨੂੰ ਜੋ ਇਸ ਵਿੱਚ ਜੋ ਸੋਨਾ ਹੈ ਉੱਥੇ ਕੱਢਣ 'ਤੇ ਜ਼ਿਆਦਾ ਜੋ ਹੈ ਇਨਕਮ ਡਿਪੈਂਡ ਹੁੰਦੀ ਹੈ, ਇਸ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਉਦੋਂ ਦੀ ਸਰਕਾਰ ਨੇ। ਠੀਕ ਹੈ ਜੀ, ਸੋ ਇਹ ਸੀ ਅਲੱਗ ਤੋਂ ਜਾਣਕਾਰੀ। ਭਾਰਤ ਵਿੱਚ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਸਭ ਤੋਂ ਵੱਧ ਸੋਨਾ ਕਿੱਥੇ ਪਾਇਆ ਜਾਂਦਾ ਜਾਂ ਕਿੱਥੇ ਮਿਲਦਾ ਹੈ ਤਾਂ ਉਸ ਜੀ ਕਰਨਾਟਕ। ਠੀਕ ਆ ਜੀ, ਸੋ ਇਹ ਸੀ ਅਲੱਗ ਤੋਂ ਜਾਣਕਾਰੀ, ਤੁਸੀਂ ਜ਼ਰੂਰ ਧਿਆਨ 'ਚ ਰੱਖਣੀ ਹੈ। ਬਾਕੀ ਆਪਾਂ ਵਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਹੈ ਜੀ, ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਏ। ਇਸ ਦਾ ਬਿਲਕੁਲ ਰਾਈਟ ਆਨਸਰ ਹੈ 32,87,263 ਵਰਗ ਕਿਲੋਮੀਟਰ। ਇਸ ਦਾ ਬਿਲਕੁਲ ਰਾਈਟ ਆਨਸਰ ਬਣ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਹੈ ਜੀ, ਹੇਠ ਦਿੱਤਿਆਂ ਵਿੱਚੋਂ ਕੌਣ ਭਾਰਤ ਦਾ 15ਵਾਂ ਪ੍ਰਧਾਨ ਮੰਤਰੀ ਸੀ। ਸੋ ਜਿਨ੍ਹਾਂ ਨੂੰ ਵੀ ਇਸ ਦਾ ਉੱਤਰ ਪਤਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਨਰਿੰਦਰ ਮੋਦੀ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਜੋ ਕਿ ਵਰਤਮਾਨ ਵਿੱਚ ਵੀ ਹੈ। ਠੀਕ ਹੈ, ਸੋ ਹੇਠ ਦਿੱਤਿਆਂ ਵਿੱਚੋਂ ਕੌਣ ਭਾਰਤ ਦਾ 15ਵਾਂ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਪ੍ਰਧਾਨ ਮੰਤਰੀ ਕੌਣ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਨਰਿੰਦਰ ਮੋਦੀ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਹੈ ਜੀ, ਥੈਲੇਸੀਮੀਆ ਦੀ ਇੱਕ ਉਦਾਹਰਨ ਦੱਸੋ। ਠੀਕ ਹੈ ਜੀ, ਉਦਾਹਰਨ ਦੱਸਿਓ ਤੁਸੀਂ ਥੈਲੇਸੀਮੀਆ ਦੀ। ਸੋ ਆਪਸ਼ਨ ਤੁਹਾਡੇ ਸਾਹਮਣੇ ਹੈ, ਦੱਸੋ ਇਹਦਾ ਸਹੀ ਉੱਤਰ ਕੀ ਹੋਵੇਗਾ। ਸੋ ਇਹਦਾ ਇਹ ਬਿਲਕੁਲ ਜੋ ਰਾਈਟ ਆਨਸਰ ਹੈ ਉਹ ਹੈ ਜੀ ਡੀ। ਇਸ ਦਾ ਬਿਲਕੁਲ ਰਾਈਟ ਆਨਸਰ ਹੈ ਫਰੇਮ ਸ਼ਿਫਟ ਪਰਿਵਰਤਨ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਠੀਕ ਹੈ, ਸੋ ਬਾਕੀ ਵਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਇਹ ਸੀ ਥੈਲੇਮੀਸੀਆ ਦੀ, ਠੀਕ ਹੈ, ਥੈਲੇਸੀਮੀਆ ਦੀ ਇੱਕ ਉਦਾਹਰਨ। ਸੋ ਅਗਲਾ ਕੁਐਸਚਨ ਹੈ ਜੀ, ਉਹ ਗ੍ਰਹਿ ਜਿਸ ਦੀ ਸਤ੍ਹਾ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਸੋ ਜਿਨ੍ਹਾਂ ਨੂੰ ਵੀ ਇਹਦਾ ਤਾਂ ਪਤਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਵੀਨਸ। ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਗ੍ਰਹਿ ਦੱਸੋ ਉਹ ਕਿਹੜਾ ਗ੍ਰਹਿ ਹੈ ਜਿਸ ਦੀ ਸਤ੍ਹਾ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਵੀਨਸ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਅਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਵੀ ਜ਼ਰੂਰ ਕਰ ਦਿਓ। ਸੋ ਅਗਲਾ ਕੁਐਸਚਨ ਜੀ, ਭਾਰਤੀ ਰਾਸ਼ਟਰੀ ਗਾਨ ਦੇ ਪੂਰੇ ਸੰਸਕਰਣ ਜਾਂ ਵਜਾਉਣ ਦਾ ਸਮਾਂ ਸਕਿੰਟਾਂ ਵਿੱਚ ਕਿੰਨਾ ਹੈ। ਭਾਵ ਇਹਦਾ ਜੋ ਆਪਾਂ ਭਾਵ ਕਰਦੇ ਹਾਂ ਤਾਂ ਰਾਸ਼ਟਰੀ ਗਾਨ ਹੈ ਜੋ ਇੱਕ ਹੁੰਦਾ ਰਾਸ਼ਟਰੀ ਗੀਤ ਅਤੇ ਇੱਕ ਹੁੰਦਾ ਜੀ ਗਾਨ। ਤੁਸੀਂ ਕਨਫਿਊਜ਼ਨ ਹੋਣਾ, ਰਾਸ਼ਟਰੀ ਗੀਤ ਗਾਨ ਆਪਣਾ ਹੋਰ ਹੈ ਅਤੇ ਗੀਤ ਆਪਣਾ ਹੋਰ ਹੈ। ਠੀਕ ਹੈ, ਸੋ ਦੱਸੋ ਜੀ ਜਿਨ੍ਹਾਂ ਨੂੰ ਵੀ ਇੱਦਾਂ ਦਾ ਪਤਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 52 ਸਕਿੰਟ। ਠੀਕ ਹੈ ਜੀ, ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਰਾਸ਼ਟਰੀ ਗਾਨ ਜੋ ਭਾਰਤ ਦਾ ਰਾਸ਼ਟਰੀ ਗਾਨ ਹੈ ਉਹ ਕਿੰਨੇ ਸਕਿੰਟਾਂ ਵਿੱਚ ਵਜਾਇਆ ਜਾਂਦਾ ਹੈ ਜਾਂ ਗਾਇਆ ਜਾਂਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 52 ਸਕਿੰਟ। ਅਤੇ ਜੇਕਰ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਕਿ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਭਾਰਤੀ ਰਾਸ਼ਟਰੀ ਗੀਤ ਕਿੰਨੇ ਸਕਿੰਟਾਂ ਵਿੱਚ ਗਾਇਆ ਜਾਂਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 65 ਸਕਿੰਟ ਦੇ ਵਿੱਚ। ਠੀਕ ਹੈ ਜੀ, ਸੋ ਇਸ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਜੇਕਰ ਗੀਤ ਪੁੱਛਦੇ ਆ ਤਾਂ 65 ਸਕਿੰਟ ਅਤੇ ਜੇਕਰ ਗਾਣ ਪੁੱਛਦੇ ਆ ਤਾਂ 52 ਸਕਿੰਟ। ਠੀਕ ਹੈ ਜੀ, ਸੋ ਜ਼ਰੂਰ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਿਓ। ਬਾਕੀ ਵਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਜੀ, ਜਹਾਂਗੀਰ ਦਾ ਮਕਬਰਾ ਕਿੱਥੇ ਬਣਾਇਆ ਗਿਆ ਸੀ। ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਲਾਹੌਰ ਦੇ ਵਿੱਚ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਜਹਾਂਗੀਰ ਦਾ ਮਕਬਰਾ ਕਿੱਥੇ ਬਣਾਇਆ ਗਿਆ ਸੀਗਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਲਾਹੌਰ ਦੇ ਵਿੱਚ ਬਣਾਇਆ
ਗਿਆ ਸੀ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਭਾਰਤ ਵਿੱਚ ਵਿਸ਼ਵ ਦੀ ਸੱਭਿਆਚਾਰਕ ਰਾਜਧਾਨੀ ਕਿਹੜੀ ਹੈ? ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਕੋਲਕਾਤਾ। ਹਾਂਜੀ ਬਿਲਕੁਲ ਰਾਈਟ ਆਨਸਰ ਇਸ ਦਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਭਾਰਤ ਵਿੱਚ ਜੋ ਵਿਸ਼ਵ ਦੀ ਸੱਭਿਆਚਾਰਕ ਰਾਜਧਾਨੀ ਕਿਹੜੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਕੋਲਕਾਤਾ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਅਗਲਾ ਪ੍ਰਸ਼ਨ ਹੈ ਜੀ, ਭਾਰਤ ਵਿੱਚ ਨੋਕੀਆ ਫੋਨਾਂ ਦਾ ਬ੍ਰਾਂਡ ਐਂਬੈਸਡਰ ਕੌਣ ਸੀ? ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਆਲੀਆ ਭੱਟ। ਹਾਂਜੀ ਬਿਲਕੁਲ ਇਹਦਾ ਰਾਈਟ ਆਨਸਰ ਹੈ। ਜੇਕਰ ਤੁਹਾਨੂੰ ਪੁੱਛਿਆ ਤਾਂ ਨੋਕੀਆ ਫੋਨ ਤੁਸੀਂ ਦੇਖੇ ਹੋਣਗੇ ਜੋ ਬਹੁਤ ਪੁਰਾਣੇ ਸੀਗੇ। ਠੀਕ ਹੈ ਜੀ, ਵਰਤੋਂ ਵਿੱਚ ਆਉਣ ਵਾਲੇ। ਸੋ ਭਾਰਤ ਵਿੱਚ ਨੋਕੀਆ ਫੋਨਾਂ ਦਾ ਬ੍ਰਾਂਡ ਐਂਬੈਸਡਰ ਕੌਣ ਸੀਗਾ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਆਲੀਆ ਭੱਟ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ ਜਿੰਨੀ ਵੀ ਜਾਣਕਾਰੀ ਤੁਹਾਨੂੰ ਦੱਸ ਰਿਹਾ। ਬਾਕੀ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਰੀਡ ਓਨਲੀ ਮੈਮਰੀ ਭਾਵ ਰੋਮ ਦਾ ਸਭ ਤੋਂ ਉੱਨਤ ਰੂਪ ਹੈ। ਤੁਸੀਂ ਦੱਸਣਾ ਹੈ ਆਪਸ਼ਨਾਂ ਵਿੱਚੋਂ ਉੱਨਤ ਰੂਪ ਕਿਹੜਾ ਹੈ। ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ EEP ਰੋਮ। ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ। ਸੋ ਹੁਣ EEP ਦੀ ਤੁਹਾਨੂੰ ਆਪਾਂ ਫੁੱਲ ਫਾਰਮ ਪੂਰੀ ਦੱਸਦੇ ਹਾਂ। ਠੀਕ ਹੈ। EEP ਰੋਮ ਦੀ ਫੁੱਲ ਫਾਰਮ ਕੀ ਹੈ? ਠੀਕ ਹੈ। ਸੋ ਇਹਦੀ ਫੁੱਲ ਫਾਰਮ ਤੁਸੀਂ ਜ਼ਰੂਰ ਧਿਆਨ 'ਚ ਰੱਖਿਓ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ। ਸੋ ਹੈ ਜੀ ਇਲੈਕਟ੍ਰੀਸਿਟੀ, ਬੋਲ ਰਿਹਾ ਦੁਬਾਰਾ ਤੋਂ, ਇਲੈਕਟ੍ਰੀਸਿਟੀ ਇਰੇਜ਼ੇਬਲ ਰੀਡ ਓਨਲੀ ਮੈਮਰੀ। ਠੀਕ ਹੈ ਜੀ। ਧਿਆਨ ਨਾਲ ਸੁਣ ਲਓ ਫਿਰ ਇੱਕ ਵਾਰ ਤੋਂ, ਤੁਸੀਂ ਨੋਟ ਕਰ ਸਕਦੇ ਹੋ। ਠੀਕ ਹੈ। ਦੁਬਾਰਾ ਤੋਂ ਬੋਲ ਰਿਹਾ, ਇਲੈਕਟ੍ਰੀਸਿਟੀ ਇਰੇਜ਼ੇਬਲ ਰੀਡ ਓਨਲੀ ਮੈਮਰੀ। ਇਸ ਦੀ ਜੋ ਫੁੱਲ ਫਾਰਮ ਹੈ EEP ROM ਦੀ। ਠੀਕ ਹੈ ਜੀ। ਸੋ ਇਹ ਵੀ ਤੁਸੀਂ ਜ਼ਰੂਰ ਧਿਆਨ 'ਚ ਰੱਖਣੀ ਹੈ, ਐਗਜ਼ਾਮ ਵਿੱਚ ਪੁੱਛੀ ਜਾ ਸਕਦੀ ਹੈ। ਠੀਕ ਹੈ ਜੀ। ਸੋ ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਅਰਧ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਐਡਮ ਸਮਿਥ। ਹਾਂਜੀ ਬਿਲਕੁਲ ਇਹਦਾ ਰਾਈਟ ਆਨਸਰ ਹੈ ਅਰਧ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਐਡਮ ਸਮਿਥ। ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈ। ਸੋ ਆਪਸ਼ਨ ਵਿੱਚ ਦੱਸਣੀ ਹੈ ਕਿ ਜਿਹੜੀ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ। ਜਿਨ੍ਹਾਂ ਨੂੰ ਵੀ ਇਸ ਦਾ ਪਤਾ ਹੈ ਜ਼ਰੂਰ ਇੱਕ ਵਾਰੀ ਕਮੈਂਟ ਬੋਕਸ ਦੇ ਵਿੱਚ ਦੱਸ ਦਿਓ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਡੀ। ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੀਲ ਨਦੀ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਜੋ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈ ਨੀਲ ਨਦੀ। ਤੁਸੀਂ ਜ਼ਰੂਰ ਇਸ ਨੂੰ ਧਿਆਨ ਵਿੱਚ ਰੱਖਣਾ ਹੈ ਕਿਉਂਕਿ ਇਹ ਵੀ ਕੁਐਸਚਨ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਸਨ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਯੂਨਾਨੀ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਜੋ ਹਮਲਾਵਰ ਸੀ ਉਹ ਕੌਣ ਸੀਗੇ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਯੂਨਾਨੀ ਸੀਗੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲੇ ਭਾਰਤ 'ਤੇ। ਠੀਕ ਆ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਨਿਆਮਗਿਰੀ ਪਹਾੜੀ ਕਲਾਹਾੜੀ ਜ਼ਿਲ੍ਹੇ ਵਿੱਚ ਸਥਿਤ ਹੈ। ਠੀਕ ਹੈ ਜੀ। ਦੱਸੋ ਕਿਹੜੇ 'ਚ? ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਉੜੀਸਾ। ਠੀਕ ਹੈ ਜੀ। ਉੜੀਸਾ ਜ਼ਿਲ੍ਹੇ ਵਿੱਚ ਸਥਿਤ ਹੈ। ਠੀਕ ਹੈ ਜੀ। ਇਸ ਨੂੰ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਜੀ, ਹੇਠਲੇ ਮੁਗਲ ਸ਼ਾਸਕਾਂ ਵਿੱਚੋਂ ਕਿਸ ਨੂੰ ਬਿਲਡਰਸ ਦਾ ਰਾਜਕੁਮਾਰ ਕਿਹਾ ਜਾਂਦਾ ਹੈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। ਸੋ ਇਹਦਾ ਜੋ ਬਿਲਕੁਲ ਜੋ ਰਾਈਟ ਆਨਸਰ ਬਣੇਗਾ ਉਹ ਹੈ ਜੀ ਸ਼ਾਹਜਹਾਨ। ਇਸ ਦਾ ਬਿਲਕੁਲ ਰਾਈਟ ਆਨਸਰ, ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਸ਼ਾਹਜਹਾਨ ਨੂੰ ਹੀ। ਠੀਕ ਹੈ ਜੀ ਬਿਲਡਰ ਦਾ ਰਾਜਕੁਮਾਰ ਕਿਹਾ ਜਾਂਦਾ ਕਿਉਂਕਿ ਸ਼ਾਹਜਹਾਨ ਨੇ ਹੀ ਬਹੁਤ ਜ਼ਿਆਦਾ ਬਿਲਡਰਸ ਬਣਾਈਆਂ, ਬਿਲਡਿੰਗ ਬਣਾਈਆਂ ਹਨ। ਕਿਉਂਕਿ ਇਸ ਨੂੰ ਬਹੁਤ ਜ਼ਿਆਦਾ ਨੌਲੇਜ ਸੀਗੀ ਇਹਨਾਂ ਚੀਜ਼ਾਂ ਦੀ, ਆਰਕੀਟੈਕਟ ਵਗੈਰਾ ਜਿੱਦਾਂ ਆਪਣੇ ਹੁੰਦੇ ਆ। ਠੀਕ ਹੈ। ਸੋ ਉਸ ਬਾਰੇ ਇਸ ਨੂੰ ਬਹੁਤ ਜ਼ਿਆਦਾ ਨੌਲੇਜ ਸੀ, ਇਸ ਕਰਕੇ ਇਸ ਨੂੰ ਬਿਲਡਰਸ ਦਾ ਰਾਜਕੁਮਾਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਪ੍ਰਸ਼ਨ ਹੈ ਜੀ, ਮਿਕੀ ਮਾਊਸ ਅਤੇ ਡੋਨਲਡ ਡਕ ਬਣਾਉਣ ਵਾਲੇ ਅਮਰੀਕੀ ਫਿਲਮ ਕਾਰਟੂਨ ਦਾ ਨਾਮ ਦੱਸੋ। ਸੋ ਇਹਦੇ 'ਚ ਬਿਲਕੁਲ ਜੋ ਰਾਈਟ ਆਨਸਰ ਹੈ ਉਹ ਹੈ ਜੀ ਵਾਲਟ ਡਿਜ਼ਨੀ। ਹਾਂਜੀ ਬਿਲਕੁਲ ਰਾਈਟ ਆਨਸਰ ਹੈ। ਬਚਪਨ ਵਿੱਚ ਤੁਸੀਂ ਦੇਖਦੇ ਹੋਗੇ ਮਿਕੀ ਮਾਊਸ ਜੋ ਕਾਰਟੂਨ ਸੀਗੇ, ਡੋਨਲਡ ਡਕ। ਠੀਕ ਹੈ।
ਅਤੇ ਟੌਮ ਐਂਡ ਜੈਰੀ। ਠੀਕ ਹੈ ਜੀ। ਸੋ ਇਹ ਜਿਹੜੇ ਕਾਰਟੂਨ ਸੀਗੇ ਇਹ ਅਮਰੀਕੀ ਫਿਲਮ ਕਾਰਟੂਨ ਸੀਗੇ ਅਤੇ ਇਹ ਕਿਸ ਬੰਦੇ ਦੁਆਰਾ ਬਣਾਏ ਗਏ ਸੀਗੇ, ਉਸ ਦਾ ਨਾਂ ਸੀਗੀ ਵਾਲਟ ਡਿਜ਼ਨੀ, ਜਿਸ ਨੇ ਆਪਣੇ ਨਾਂ 'ਤੇ ਹੀ ਡਿਜ਼ਨੀ ਚੈਨਲ ਖੋਲ੍ਹਿਆ ਹੋਇਆ ਹੈ। ਠੀਕ ਹੈ ਜੀ, ਤੁਸੀਂ ਦੇਖਦੇ ਹੋਗੇ। ਸੋ ਇਹ ਸੀ ਜੀ ਇਸ ਦਾ ਬਿਲਕੁਲ ਰਾਈਟ ਆਨਸਰ। ਅਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ ਅਤੇ ਜਿਨ੍ਹਾਂ ਨੇ ਵੀ ਹਾਲ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ, ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ। ਸੋ ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਜੀ, ਸਭ ਤੋਂ ਪੁਰਾਣੀ ਭਾਰਤੀ ਸੱਭਿਅਤਾ ਦਾ ਨਾਮ ਦੱਸੋ। ਸੋ ਜਿਨ੍ਹਾਂ ਨੂੰ ਵੀ ਇਸ ਦਾ ਪਤਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸਿੰਧੂ ਘਾਟੀ ਸੱਭਿਅਤਾ, ਜਿਸ ਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ ਇੰਦਸ ਵੈਲੀ ਸਿਵਲਾਈਜੇਸ਼ਨ। ਠੀਕ ਹੈ ਜੀ, ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਸਭ ਤੋਂ ਪੁਰਾਣੀ ਸੱਭਿਅਤਾ ਕਿਹੜੀ ਹੈ ਭਾਰਤ ਦੀ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਸਿੰਧੂ ਘਾਟੀ ਦੀ ਸੱਭਿਅਤਾ। ਠੀਕ ਹੈ, ਸੋ ਓਵਰਆਲ ਜੇ ਆਪਾਂ ਗੱਲ ਕਰਦੇ ਹਾਂ ਤਾਂ ਆਪਣੀ ਜੋ ਹਿਸਟਰੀ ਆ, ਠੀਕ ਹੈ, ਆਪਣਾ ਹਿਸਟਰੀ ਆ, ਠੀਕ ਹੈ ਜੀ, ਸੋ ਉਹ ਵੀ ਇੱਥੋਂ ਹੀ ਸਟਾਰਟ ਹੁੰਦੀ ਹੈ ਸਿੰਧੂ ਘਾਟੀ ਸੱਭਿਅਤਾ ਤੋਂ। ਠੀਕ ਹੈ ਜੀ, ਸੋ ਇਹਨਾਂ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ ਹੈ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਰਸ਼ਨ ਜੀ, ਪੰਜਵੀਂ ਪੀੜ੍ਹੀ ਦੇ ਕੰਪਿਊਟਰ ਹਨ, ਦੱਸੋ ਜੀ ਕਿਹੜੇ ਸੀਗੇ ਜੋ ਪੰਜਵੀਂ ਪੀੜ੍ਹੀ ਦੇ ਕੰਪਿਊਟਰ ਸੀ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਗਿਆਨ ਪ੍ਰੋਸੈਸਰ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਗਿਆਨ ਪ੍ਰੋਸੈਸਰ ਹੀ ਜੋ ਕੰਪਿਊਟਰ ਹਨ ਇਹਨਾਂ ਨੂੰ ਪੰਜਵੀਂ ਪੀੜ੍ਹੀ ਦੇ ਕੰਪਿਊਟਰ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਰਸ਼ਨ ਜੀ, ਹੇਠਾਂ ਦਿੱਤੇ ਜਲ ਸਰੋਤਾਂ ਵਿੱਚੋਂ ਕਿਹੜਾ ਤਾਜ਼ੇ ਪਾਣੀ ਦਾ ਸਰੋਤ ਨਹੀਂ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਚਿਲੀਕਾ ਝੀਲ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸਦਾ। ਠੀਕ ਹੈ, ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਹੇਠ ਦੇ ਵਿੱਚ ਜਲ ਸਰੋਤਾਂ ਵਿੱਚੋਂ ਕਿਹੜਾ ਜੋ ਹੈ ਤਾਜ਼ੇ ਪਾਣੀ ਦਾ ਸਰੋਤ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਚਿਲੀਕਾ ਝੀਲ। ਠੀਕ ਹੈ, ਅਤੇ ਜੇਕਰ ਤੁਹਾਨੂੰ ਉਲਟ ਇੱਥੇ ਪੁੱਛਿਆ ਜਾਂਦਾ ਹੈ ਕਿ ਕਿਹੜੇ ਹਨ ਜੋ ਤਾਜ਼ੇ ਪਾਣੀ ਦੇ ਸਰੋਤ ਹਨ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਜੈਸਮੰਦ ਵੀ ਹੈ, ਗੰਗਾ ਨਦੀ ਅਤੇ ਯਮੁਨਾ ਨਦੀ। ਠੀਕ ਹੈ ਜੀ, ਇਹ ਜੋ ਹਨ ਤਾਜ਼ੇ ਪਾਣੀ ਦੇ ਸਰੋਤ ਹਨ। ਸੋ ਇਹਨਾਂ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ ਹੈ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਰਸ਼ਨਾ ਜੀ, ਭਾਰਤ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਗ੍ਰਹਿ ਮੰਤਰੀ ਹੈ। ਸੋ ਜਿਨ੍ਹਾਂ ਨੂੰ ਵੀ ਇੱਧਰ ਪਤਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਸੋ ਇੱਧਰ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਰਾਜਨਾਥ ਸਿੰਘ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਹੇਠ ਲਿਖੇ ਵਿੱਚ ਕੌਣ ਗ੍ਰਹਿ ਮੰਤਰੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਰਾਜਨਾਥ ਸਿੰਘ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਰਸ਼ਨਾ ਜੀ, ਜਲ ਸਰੀਰ ਦਾ ਯੂਟਰੀਫਿਕੇਸ਼ਨ ਵਧਾਉਂਦਾ ਹੈ। ਠੀਕ ਹੈ ਜੀ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸੀ। ਇਸ ਦਾ ਬਿਲਕੁਲ ਰਾਈਟ ਆਨਸਰ ਹੈ ਏ ਅਤੇ ਬੀ ਦੋਨੋਂ। ਠੀਕ ਹੈ, ਜੋ ਜਲ ਹੈ ਉਹ ਆਪਣੇ ਸਰੀਰ ਵਿੱਚ ਕਿਸ ਤਰ੍ਹਾਂ ਵਾਧਾ ਕਰਦਾ ਹੈ ਯੂਟਰੀਫਿਕੇਸ਼ਨ ਦਾ। ਸੋ ਜੈਵਿਕ ਪਦਾਰਥ ਦਾ ਉਤਪਾਦ ਕਰਦਾ ਹੈ ਅਤੇ ਜੈਵਿਕ ਆਕਸੀਜਨ ਦੀ ਮੰਗ ਕਰਦਾ ਹੈ। ਠੀਕ ਹੈ ਜੀ, ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਸੀ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ 'ਚ ਰੱਖਣਾ ਹੈ। ਠੀਕ ਹੈ ਜੀ, ਸੋ ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਰਸ਼ਨਾ ਜੀ, ਉੱਚੀ ਉਚਾਈ 'ਤੇ ਵੱਧ ਰਹੇ ਵਾਯੂਮੰਡਲ ਤਾਪ ਨੂੰ ਕੀ ਕਿਹਾ ਜਾਂਦਾ ਹੈ। ਸੋ ਇਹਦਾ ਬਿਲਕੁਲ ਜੋ ਰਾਈਟ ਆਨਸਰ ਹੈ ਉਹ ਹੈ ਜੀ ਓਲੇਟ। ਠੀਕ ਹੈ ਜੀ, ਓਲੇਟ ਕਿਹਾ ਜਾਂਦਾ ਹੈ ਉੱਚੀ ਉਚਾਈ 'ਤੇ ਆਪਾਂ ਜੇਕਰ ਜਾਂਦੇ ਹਾਂ ਤੁਹਾਨੂੰ ਪਤਾ ਹੈ ਜੇ ਆਪਾਂ ਪਹਾੜਾਂ 'ਤੇ ਜਾਂਦੇ ਹਾਂ। ਠੀਕ ਹੈ, ਸੋ ਉੱਥੋਂ ਦਾ ਜੋ ਵਾਯੂਮੰਡਲ ਹੁੰਦਾ ਹੈ ਉਹਦਾ ਤਾਪਮਾਨ ਜੋ ਹੈ ਕਿਉਂ ਵੱਧਦਾ ਹੈ। ਠੀਕ ਹੈ ਜੀ, ਉਹ ਉਲਟ ਦੇ ਕਾਰਨ ਉਸਨੂੰ ਉਲਟ ਕਿਹਾ ਜਾਂਦਾ। ਠੀਕ ਹੈ, ਓਲੇਟ। ਠੀਕ, ਉਲਟ ਨਹੀਂ ਓਲੇਟ ਕਹਾਂਗੇ ਆਪਾਂ ਇਹਨੂੰ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਰਸ਼ਨਾ ਜੀ, ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ, ਭਾਵ ਰਾਜ ਸਭਾ ਦੇ ਜੋ ਮੈਂਬਰ ਹੁੰਦੇ ਹਨ ਉਹਨਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ, ਇਹ ਤੁਸੀਂ ਦੱਸਣਾ ਹੈ। ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ 250। ਠੀਕ ਹੈ ਜੀ, 250 ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 250। ਠੀਕ ਹੈ, ਅਤੇ 250 ਵਿੱਚੋਂ 238 ਹੀ ਜੋ ਲੋਕਾਂ ਦੁਆਰਾ ਚੁਣੇ ਜਾਂਦੇ ਹਨ ਅਤੇ ਜੋ ਇਸ ਦੇ 12 ਹੁੰਦੇ ਹਨ ਉਹ ਰਾਸ਼ਟਰਪਤੀ ਇਸ ਨੂੰ ਨਿਯੁਕਤ ਕਰਦਾ ਹੈ। ਇਸ ਨੂੰ ਵੀ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਠੀਕ ਹੈ, ਅਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ, ਠੀਕ ਹੈ, ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ। ਅਤੇ ਜੇਕਰ ਤੁਹਾਨੂੰ ਵੀਡੀਓ ਦੀ ਸਪੀਡ ਜ਼ਿਆਦਾ ਲੱਗ ਰਹੀ ਹੈ ਤੁਸੀਂ ਵੀਡੀਓ ਨੂੰ ਪਾਜ਼ਿਟਿਵ ਕਰਕੇ ਵੀ ਜ਼ਰੂਰ ਦੇਖ ਸਕਦੇ ਹੋ। ਠੀਕ ਹੈ, ਸੋ ਤੁਹਾਨੂੰ ਆਸਾਨੀ ਹੋਏਗੀ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਰਸ਼ਨਾ ਜੀ, ਜੇਕਰ ਭਾਰਤ ਦਾ ਰਾਸ਼ਟਰਪਤੀ ਅਸਤੀਫਾ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਅਸਤੀਫਾ ਪੱਤਰ ਡੈਸ਼ ਨੂੰ ਸੰਬੋਧਿਤ ਕਰਨਾ ਪਵੇਗਾ। ਸੋ ਦੱਸੋ ਜੀ ਕਿਸ ਨੂੰ ਕਰਨਾ ਪਵੇਗਾ। ਸੋ ਇੱਦਾਂ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸਪੀਕਰ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਸਪੀਕਰ ਨੂੰ ਹੀ ਉਸ ਨੂੰ ਜੋ ਹੈ ਮੰਗ ਪੱਤਰ ਦੇਣਾ ਪਵੇਗਾ। ਜੇਕਰ ਭਾਰਤ ਦਾ ਰਾਸ਼ਟਰਪਤੀ ਅਸਤੀਫਾ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਅਸਤੀਫਾ ਪੱਤਰ ਡੈਸ਼ ਨੂੰ ਦੇਣਾ ਪਵੇਗਾ, ਭਾਵ ਸਪੀਕਰ ਨੂੰ ਦੇਣਾ ਪਵੇਗਾ। ਠੀਕ ਹੈ ਜੀ,
सो जरूर ध्यान रखियो। बाकी वधदे हां जी अगले क्वेश्चन दे बाद। हाँ जी अगला जी, दुनिया विच बाक्साइट का सब तो वड्डा उत्पादक है, दसो जी किहड़ा सब तो वड्डा उत्पादक है बाक्साइट का। सो इसका बिल्कुल राइट आंसर है वो है जी आस्ट्रेलिया। ठीक है जी, आस्ट्रेलिया इसका बिल्कुल राइट आंसर है। दुनिया में सब तो ठीक है वध जो बाक्साइट का उत्पाद करता है वो है जी आस्ट्रेलिया, इसका बिल्कुल राइट आंसर हो जाएगा। ठीक है, सो जरूर ध्यान च रखियो। बाकी वधदे हां जी अगले क्वेश्चन के बाद। हाँ जी ऑप्शन जी, नोबल शांति पुरस्कार किस शहर में दिता जाता है। सो इसका जो बिल्कुल राइट आंसर है वो है जी स्टॉकहोल्म। हाँ जी बिल्कुल राइट आंसर है इसका नोबल शांति पुरस्कार है जो, ठीक है जी, वो किस शहर में दिता जाता है, तुहाडा बिल्कुल राइट आंसर होगा स्टॉकहोल्म दिता जाता है। तुसीं जरूर ध्यान विच रखना है। ठीक है जी, सो बाकी वधदे हां जी अगले क्वेश्चन के बाद। हाँ जी अगला जी, हुणे हुणे जन्मे बच्चे की साह की दर इस तरह की होंदी है। ठीक है जी, सो बहुत ज़्यादा इंपोर्टेंट है, एग्जाम में पूछा जा सकता है। सो इसका जो बिल्कुल राइट आंसर है वो है जी 32 बार प्रति सेकंड। ठीक है जी, जो कि जोड़ा भी बच्चा जन्म लेंदा है, नवा जन्म लेंदा है, उसकी साह की दर क्रिया कितनी होंदी है, तुहाडा बिल्कुल राइट आंसर होगा 32 बार। ठीक है जी, 32 बार साह लेंदा है, भाव उसकी जो धड़कन है या नब्ज चलती है, ठीक है 32 बार प्रति मिनट के हिसाब नाल चलती है। ठीक है जी, साह की दर इसनूं जरूर ध्यान रखना है। बाकी वधदे हां जी आपां अगले क्वेश्चन के बाद। हाँ जी ऑप्शन जी, हेठ दित्तिਆਂ ਵਿੱਚੋਂ ਕਿਹੜਾ बहुत प्रतिक्रियाशील है ਅਤੇ मिट्टी के तेल ਵਿੱਚ रखा जाता है। सो ऑप्शन तेरे सामने है। सो इसका जो बिल्कुल राइट आंसर है वो है जी सोडियम इसका बिल्कुल राइट आंसर हो जाएगा। ठीक है जी, इसका बिल्कुल राइट आंसर है। जेकर तुहानूं पूछा जाता है कि किहड़ा इन्हां विच्चों जो सब तो वध प्रतिक्रियाशील है ਅਤੇ मिट्टी के तेल ਵਿੱਚ रखा जाता है। ठीक है जी, क्रियाशीलता हो गया, पर जो मिट्टी के तेल में जेकर तुहानूं पूछा जाता तो हिंट तुहानूं मिल जाएगी। इसका बिल्कुल राइट आंसर होएगा सोडियम इसका बिल्कुल राइट आंसर हो जाएगा। ठीक है जी, सो जरूर ध्यान च रखियो। बाकी वधदे हां जी अगले क्वेश्चन के बाद। हाँ जी ऑप्शन जी, दिल्ली के सुल्ताना विचों कौन चुंगान खेडते समय लाहौर विखे घोड़े तो अचानक डिग्गण नाल मर गया सीगा। ठीक है जी, सो जिन्होंने भी इधर पता है जरूर कमेंट बॉक्स विच दस दो। सो इसका जो बिल्कुल राइट आंसर है वह जी कुतुबुद्दीन ऐबक। ठीक है जी, कुतुबुद्दीन ऐबक सीगा जो, ठीक है जी, इसकी मौत जो हुई सीगी की खेडते चुगान खेडते। चुगान की है, एक घोड़सवार घोड़ियां का एक खेल है। ठीक है जी, तो घोड़े तो अचानक डिग्गण नाल जो है इसकी मौत हो गई थी कुतुबुद्दीन ऐबक की। ठीक है जी, सो जरूर ध्यान च रखियो। बाकी वधदे हां जी अगले क्वेश्चन के बाद। हाँ जी अगला ऑप्शन है जी, बुद्ध का अर्थ की है। ठीक है जी, बुद्ध एक धर्म है। ठीक है जी, सो जिसकी संस्थापक कौन हैं, गौतम बुद्ध। ठीक है जी, गौतम बुद्ध सीगे। सो बुद्ध का अर्थ पूछ रहा तो की है यह तुसीं दसना है। सो इसका जो बिल्कुल राइट आंसर है वो है जी ज्ञानवान। ठीक है जी, बिल्कुल इसका राइट आंसर होगा डी, इसका बिल्कुल राइट आंसर होएगा। बुद्ध का अर्थ की है, तुहाडा बिल्कुल राइट आंसर होएगा ज्ञानवान, इसका बिल्कुल राइट आंसर हो जाएगा। ठीक है जी, सो बाकी वधदे हां जी आपां अगले क्वेश्चन के बाद, जरूर ध्यान च रखियो। हाँ जी ऑप्शन जी, पैरामोशियम विच निकास वाले अपरचर नूं की कहा जाता है। सो इसका ही बिल्कुल राइट आंसर है भाजी क्रिपोस्पीयर कहा जाता है, इसका बिल्कुल राइट आंसर हो जाएगा। ठीक है जी, दोबारा तो तुसीं ध्यान नाल सुनो की कह रहा है, पैरामोशियम। ठीक है जी, विच निकास करने वाली। ठीक है जी, अपरचन का की नाम है जां उसनूं की कहा जाता है, तुहाडा बिल्कुल राइट आंसर होगा क्रिपोस्पीयर कहा जाता है। डी इसका बिल्कुल राइट आंसर हो जाएगा। ठीक है जी, सो जरूर ध्यान च रखियो। बाकी वधदे हां जी आपां अगले क्वेश्चन के बाद। हाँ जी ऑप्शन जी, भारत सरकार दीआं किहड़ियां स्कीमां भारती शहरां नूं झुग्गियां तो मुक्त बनाउंदियां हन। ठीक है जी, उस तुसीं स्कीम का नाम दसना है। सो इसका जो बिल्कुल राइट आंसर है वो है जी राजीव आवास योजना, इसका बिल्कुल राइट आंसर हो जाएगा। ठीक है जी, जो कि कर दिया भारत सरकार दी यही वो स्कीम है राजीव आवास योजना, जो कि भारती शहरां नूं झुग्गियां तो मुक्त बनाउंदी है। ठीक है, सो जरूर ध्यान च रखियो। बाकी वधदे हां जी आपां अगले क्वेश्चन के बाद। हाँ जी ऑप्शन जी, भारती अर्थव्यवस्था एक है, दसो जी की है अर्थव्यवस्था। सो इसका जो बिल्कुल राइट आंसर होएगा वो है जी मिश्रित अर्थव्यवस्था है। ठीक है जी, भारतीय अर्थव्यवस्था की है, एक मिश्रित अर्थव्यवस्था है, ये तुसीं ध्यान में जरूर रखना है। ठीक है जी, सो बाकी वधदे हां आपां अगले क्वेश्चन के बाद। हाँ जी अगला ऑप्शन है जी, कांचीपुरम विखे प्रसिद्ध वैकुंठा पेरुमल मंदिर है वह किसने बनवाया है, यह तुसीं दसना है।
ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਨੰਦੀ ਵਰਮਨ ਨੇ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੈਗਾ। ਇਹਦੇ ਕੁਛ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਤੁਹਾਨੂੰ, ਪ੍ਰਸਿੱਧ ਜੋ ਮੰਦਰ ਹਨ ਜਾਂ ਗੁਰਦੁਆਰੇ ਹਨ, ਠੀਕ ਹੈ ਜੀ, ਜਾਂ ਕਿਲ੍ਹੇ ਹਨ। ਠੀਕ ਹੈ, ਸੋ ਇਹਨਾਂ ਦੇ ਵੀ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਆ। ਠੀਕ ਹੈ, ਅਤੇ ਇਹ ਕੁਐਸਚਨ ਸੀਗਾ ਕਾਂਚੀਪੁਰਮ ਵਿਖੇ ਪ੍ਰਸਿੱਧ ਮੰਦਰ ਹੈ ਜਿਹਦਾ ਨਾਮ ਹੈ ਵੈਕੁੰਠਾ ਪੈਰੂਮਲ ਮੰਦਰ। ਠੀਕ ਹੈ ਜੀ, ਉਹ ਕਿਸ ਨੇ ਬਣਵਾਇਆ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਨੰਦੀ ਵਰਮਨ ਨੇ ਬਣਵਾਇਆ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ UNO ਦੀ ਸਥਾਪਨਾ ਸਾਲ ਵਿੱਚ ਕੀਤੀ ਗਈ ਸੀ। ਦੱਸੋ ਕਿਸ ਸਾਲ ਵਿੱਚ ਕੀਤੀ ਗਈ ਸੀ UNO ਦੀ ਸਥਾਪਨਾ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 1945 ਦੇ ਵਿੱਚ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੈ UNO ਦੀ ਸਥਾਪਨਾ ਸਾਲ ਕਦੋਂ ਸੀਗਾ, ਜਾਂ ਸਾਲ ਕਿਹੜੇ ਸਾਲ ਵਿੱਚ ਕੀਤੀ ਗਈ ਸੀ UNO ਦੀ ਸਥਾਪਨਾ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 1945 ਦੇ ਵਿੱਚ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ ਇਸ ਨੂੰ ਵੀ, ਇਸ ਤਰੀਕ ਨੂੰ। ਬਾਕੀ ਵੱਧਦੇ ਹਾਂ। ਅਗਲਾ ਨੇ ਜੀ ਭਾਰਤ ਵਿੱਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਸੋ ਤੁਸੀਂ ਦੱਸਣਾ ਹੈ ਭਾਰਤ ਵਿੱਚ ਸਭ ਤੋਂ ਵੱਡੀ ਹੈ ਤਾਜ਼ੇ ਪਾਣੀ ਦੀ ਝੀਲ ਉਹ ਕਿਹੜੀ ਹੈ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਵੂਲਰ ਝੀਲ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਇਸਦਾ। ਨਾ ਤੁਸੀਂ ਧਿਆਨ ਵਿੱਚ ਰੱਖਣਾ ਹੈ, ਵੂਲਰ ਝੀਲ ਹੈ ਜੋ ਭਾਰਤ ਵਿੱਚ ਸਭ ਤੋਂ ਵੱਡੀ ਹੈ ਤਾਜ਼ੇ ਪਾਣੀ ਦੀ ਝੀਲ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ ਪਹਿਲਾ ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਅਵਾਰਡ ਕਿਸ ਨੂੰ ਦਿੱਤਾ ਗਿਆ ਸੀ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਮਦਰ ਟੈਰੇਸਾ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਮਦਰ ਟੈਰੇਸਾ। ਬਾਰੇ ਸਾਰਿਆਂ ਨੂੰ ਪਤਾ ਹੀ ਹੋਊਗਾ। ਠੀਕ ਹੈ ਜੀ, ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਜੋ ਹੈ ਰਾਜੀਵ ਗਾਂਧੀ ਰਾਸ਼ਟਰੀ, ਠੀਕ ਹੈ, ਸਦਭਾਵਨਾ ਅਵਾਰਡ ਦਿੱਤਾ ਗਿਆ ਸੀ। ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ ਅੰਤਰਰਾਸ਼ਟਰੀ ਸਾਖਰਤਾ ਦਿਵਸ ਹਰ ਸਾਲ ਹੇਠ ਲਿਖਿਆਂ ਵਿੱਚੋਂ ਕਿਸ ਦਿਨ ਮਨਾਇਆ ਜਾਂਦਾ ਹੈ? ਠੀਕ ਹੈ, ਸੋ ਇਹ ਜੋ ਦਿਨ ਹਨ ਨਾ ਰਾਸ਼ਟਰੀ ਦਿਵਸ, ਠੀਕ ਹੈ, ਸੋ ਇਹਨਾਂ 'ਤੇ ਵੀ ਕੁਐਸਚਨ ਜ਼ਰੂਰ ਬਣ ਜਾਂਦੇ ਹਨ 2 ਤੋਂ 3 ਐਗਜ਼ਾਮ ਦੇ ਵਿੱਚ। ਤੁਸੀਂ ਇਹਨਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 8 ਸਤੰਬਰ ਨੂੰ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਅੰਤਰਰਾਸ਼ਟਰੀ ਸਾਖਰਤਾ ਦਿਵਸ ਕਿਸ ਸਾਲ ਹਰ ਸਾਲ ਕਿਸ ਦਿਨ ਮਨਾਇਆ ਜਾਂਦਾ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਤੁਸੀਂ ਇਸ ਤਰੀਕ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ ਰਾਵਲਪਿੰਡੀ ਐਕਸਪ੍ਰੈਸ ਕਿਸ ਨੂੰ ਕਿਹਾ ਜਾਂਦਾ ਹੈ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸ਼ੋਏਬ ਅਖਤਰ ਨੂੰ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ, ਇੱਕ ਪਰਸਨ ਹੈ। ਠੀਕ ਹੈ ਜੀ, ਸੋ ਰਾਵਲਪਿੰਡੀ ਐਕਸਪ੍ਰੈਸ ਕਿਸ ਨੂੰ ਕਿਹਾ ਜਾਂਦਾ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਸ਼ੋਏਬ ਅਖਤਰ ਨੂੰ ਕਿਹਾ ਜਾਂਦਾ ਹੈ। ਇਸ ਨਾਂ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ ਆ ਸੂਟੇਬਲ ਬॉय ਦਾ ਲੇਖਕ ਕੌਣ ਹੈ? ਸੋ ਇਹ ਵੀ ਜੋ ਕੁਐਸਚਨ ਹਨ, ਠੀਕ ਹੈ ਜੀ, ਲੇਖਕਾਂ ਦੇ ਜਾਂ ਇੰਪੋਰਟੈਂਟ ਬੁੱਕਸ ਐਂਡ ਔਥਰਸ 'ਤੇ ਵੀ ਐਗਜ਼ਾਮ ਵਿੱਚ ਕੁਐਸਚਨ ਪੁੱਛੇ ਜਾਂਦੇ ਹਨ। ਅਤੇ ਜੇਕਰ ਤੁਹਾਨੂੰ ਇਸ 'ਤੇ ਅਲੱਗ ਤੋਂ ਵੀਡੀਓ ਚਾਹੀਦੀ ਹੈ, ਇਹ ਵੀ ਤੁਹਾਨੂੰ ਬਹੁਤ ਛੇਤੀ ਪ੍ਰੋਵਾਈਡ ਕਰਵਾ ਦਾਂਗੇ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਵਿਕਰਮ ਸੇਠ। ਹਾਂਜੀ, ਬਿਲਕੁਲ ਇਹਦਾ ਰਾਈਟ ਆਨਸਰ ਹੈ ਆ ਸੂਟੇਬਲ ਬॉय ਦਾ ਲੇਖਕ ਕੌਣ ਹੈ, ਬੁੱਕ ਦਾ ਜਾਂ ਪੁਸਤਕ ਦਾ ਲੇਖਕ ਕੌਣ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਵਿਕਰਮ ਸੇਠ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਰਥ ਜੀ ਪੱਤਿਆਂ 'ਤੇ ਇੰਟਰਵੀਨਲ ਨੋਕਰੋਟਿਕ ਸਟਾਕ ਇਹਨਾਂ ਕਾਰਨ ਦਿਖਾਈ ਦਿੰਦੇ ਹਨ। ਦੱਸੋ ਜੀ ਕਿਹਨਾਂ ਕਰਕੇ ਸਟਾਕ ਦਿਖਾਈ ਦਿੰਦੇ ਹਨ ਇਹਨਾਂ ਵਿੱਚੋਂ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ SO2 ਕਾਰਨ। ਠੀਕ ਹੈ ਜੀ, ਹੁਣ SO2 ਦਾ ਕੈਮੀਕਲ ਨੇਮ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਕਈ ਵਾਰ ਕੈਮੀਕਲ ਨੇ ਵੀ ਪੁੱਛ ਲੈਂਦੇ ਆ ਐਗਜ਼ਾਮ ਦੇ ਵਿੱਚ। ਠੀਕ ਹੈ ਜੀ, ਸੋ ਇਹਦਾ ਹੈ ਜੀ ਸਲਫਰ। ਇੱਦਾਂ ਦੇ ਸਲਫਰ, ਠੀਕ ਹੈ ਜੀ, ਅਤੇ ਉਹ ਹੁੰਦਾ ਆਕਸੀਜਨ, ਤਾਂ ਉਹਦੇ ਨਾਲ 2 ਲੱਗਿਆ ਤੁਹਾਡਾ ਹੋਏਗਾ ਡਾਈਆਕਸਾਈਡ। ਠੀਕ ਹੈ ਜੀ, ਸਲਫਰ ਡਾਈਆਕਸਾਈਡ ਹੋਏਗਾ। ਅਤੇ ਜੇਕਰ O3 ਹੋ ਜਾਏ ਤਾਂ ਟਰਾਈ ਬਣ ਜਾਏਗਾ, ਡਾਈ ਤੋਂ ਟਰਾਈ ਬਣ ਜਾਏਗਾ। ਠੀਕ ਹੈ ਜੀ, ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਮਾਈਂਡ ਆਊਟ ਰੱਖਿਓ। ਕਈ ਵਾਰ ਕੀ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਆਪਾਂ ਅੰਦਾਜ਼ਾ ਲਾ ਕੇ ਵੀ ਆਪਣਾ ਆਨਸਰ ਦੇ ਸਕਦੇ ਹਾਂ। ਠੀਕ ਹੈ, SO2 ਦਾ ਪੂਰਾ ਨਾਮ ਕੀ ਹੈ? ਸਲਫਰ ਡਾਈਆਕਸਾਈਡ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਪ੍ਰਸ਼ਨ ਜੀ ਪਰਮਾਣੂ ਨਤੀਜੇ ਡੈਸ਼ ਵਿੱਚ ਸ਼ਾਮਲ ਹਨ। ਦੱਸੋ ਜੀ ਕਿਸ ਵਿੱਚ ਸ਼ਾਮਲ ਹਨ? ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ C। ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ A ਅਤੇ B ਦੋਨੋਂ। ਠੀਕ ਹੈ ਜੀ, ਪਰਮਾਣੂ ਨਤੀਜੇ ਕਿਸ ਵਿੱਚ ਸ਼ਾਮਲ ਹੁੰਦੇ ਹਨ? ਅਲਫਾ ਕਣ ਅਤੇ B ਕਣ। ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਅਗਲਾ ਪ੍ਰਸ਼ਨ ਹੈ ਜੀ 1 ਕਿਲੋਬਾਈਟ ਦੇ ਬਰਾਬਰ ਕਿੰਨੇ ਬਾਈਟ ਹੁੰਦੇ ਹਨ? ਸੋ ਇਹ ਕੰਪਿਊਟਰ ਦਾ ਕੁਐਸਚਨ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 1000
24 इसका बिल्कुल राइट आंसर हो जाएगा। ठीक है जी। 1 किलोबाइट के बराबर कितने बाइट्स होंगे हैं? ठीक है जी, तुहाडा बिल्कुल राइट आंसर होएगा 1000। 24 इसका बिल्कुल राइट आंसर हो जाएगा। ठीक है जी। सो जरूर ध्यान च रखियो। बाकी वधदे हां जी अगले क्वेश्चन के बाद। हाँ जी, अर्थ जी, इन्हां विचों किहड़ा एक असैंबली भाषा नूं मशीन भाषा विच बदलदा है? सो इसका बिल्कुल राइट आंसर होएगा वो है जी असैंबलर। ठीक है जी, असैंबलर इसका बिल्कुल राइट आंसर होएगा। ठीक है, जो कि करता है असैंबली भाषा नूं मशीनी भाषा विच तब्दील करता है, भाव बदलता है। ठीक है जी। सो जरूर ध्यान च रखियो। बाकी वधदे हां जी अगले क्वेश्चन के बाद। हाँ जी, अगला प्रश्न जी, उन्हां प्रजातियां नूं डैश कहा जाता है जिन्हां दी वंड सीमित हुंदी है? दसो जी किहड़ियां वो प्रजातियां हैं? सो इसका बिल्कुल राइट आंसर है वो जी स्थानक प्रजातियां। हाँ जी, बिल्कुल राइट आंसर है इसका वो स्थानक प्रजातियां हैं जिन्हां दी की हुंदी है वंड जो हुंदी है सीमित हुंदी है। ठीक है जी। सो जरूर ध्यान च रखियो। बाकी वधदे हां जी अगले क्वेश्चन के बाद। हाँ जी, और जी, राष्ट्रीय कृषि बीमा योजना इस सन विच शुरू की गई सी? दसो जी किहड़े सन में शुरू की गई सी? सो इसका जो बिल्कुल राइट आंसर है वो जी 1999 के। हाँ जी, बिल्कुल राइट आंसर है इसका राष्ट्रीय कृषि बीमा योजना 1999 के शुरू की गई सी। इस तुसीं सारिਆਂ ਨੂੰ जरूर ध्यान विच रखियो। ठीक है। सो बाकी वधदे हां जी अगले क्वेश्चन के बाद। हाँ जी, अगला जी, भारत का किहड़ा राज कपाह उत्पादक विच मोहरी है? सो इसका जो बिल्कुल राइट आंसर है वो है जी गुजरात। इसका बिल्कुल राइट आंसर हो जाएगा। ठीक है जी। भारत का किहड़ा राज है जो कपाह के उत्पाद लई मोहरी है, भाव पहले नंबर पर आउंदा है? तुहाडा बिल्कुल राइट आंसर होएगा गुजरात। इसका बिल्कुल राइट आंसर हो जाएगा। तो जेकर आप गल करते हैं पंजाब की, तो पंजाब जेकर कोई जिला पूछा जाता है, तुहाडा बिल्कुल राइट आंसर होएगा आप कह सकते हैं फिरोजशाह या फिरोजपुर। इन्होंने विचों आप ऑप्शन लगा सकते हैं। ठीक है जी। सो बाकी वधदे हां अगले क्वेश्चन के बाद। जरूर ध्यान च रखियो जिन्नी भी जानकारी तुहानूं दस रहे हैं। सो अगला जी, होर मैगा स्टोर रिटेल चेन किस भारतीय उद्योग नाल संबंधित है? सो इसका जो बिल्कुल राइट आंसर है वो है जी आदित्य बिरला समूह नाल। ठीक है जी, इसका बिल्कुल राइट आंसर है होर मैगा स्टोर रिटेल चेन है जो किस भारतीय उद्योग नाल संबंधित है? तुहाडा बिल्कुल राइट आंसर होएगा आदित्य बिरला समूह उद्योग नाल ये संबंधित है। ठीक है जी। सो जरूर ध्यान च रखियो। बाकी वधदे हां जी अगले क्वेश्चन के बाद। आठ जी, वल्केनाइज रबड़ विच सपलहर हुंदा है? दसो जी वल्केनाइज रबड़ विच सपलहर कितना हुंदा है? सो इसका जो बिल्कुल राइट आंसर है वो जी 3 तो 5%। हाँ जी, बिल्कुल इसका राइट आंसर होएगा वल्केनाइज रबड़ होंदी है ये हार्ड होंदी है जो कि आम तौर पर यूज होंदी है अपने प्लास वगैरह के उत्ते। ठीक है। सो वो सपलहर कितना होंदा है? तुहाडा बिल्कुल राइट आंसर होएगा 3 तो 5%। इसका बिल्कुल राइट आंसर हो जाएगा। ठीक है। सो जरूर ध्यान च रखियो। बाकी वधदे हां जी अगले क्वेश्चन के बाद। हाँ जी, ऑप्शन जी, गुप्त काल दौरान चांदी का किहड़ा सिक्का जारी किया गया सी? ठीक है, गुप्त काल जो सीगा गुप्त वंश सीगा गुप्ता वंश। सो उस टाइम चांदी का किहड़ा सिक्का सीगा जो जारी किया गया सी? यह तुसीं दसना है। सो इसका जो बिल्कुल राइट आंसर है वो जी रुपया का। ठीक है जी, रुपया का। इसका बिल्कुल राइट आंसर होगा रुपया पे कहते रुपया का। ठीक है जी। गुप्त काल दौरान चांदी का किहड़ा सिक्का सीगा जो जारी किया गया सी? तुहाडा बिल्कुल राइट आंसर होगा रुपया का। ठीक है जी। सो जरूर ध्यान च रखियो। बाकी वधदे हां जी अगले क्वेश्चन के बाद। हाँ जी, अगला प्रश्न जी, लोथल सिद्धू घाटी की सभ्यता का गोदी वाला स्थान है तो यह कित्थे स्थित है? यह तुसीं दसना है। सो इसका जो बिल्कुल राइट आंसर है वो है जी गुजरात। इसका बिल्कुल राइट आंसर है। ठीक है जी। लोथल है जो कित्थे है? ठीक है, सिद्धू घाटी सभ्यता का एक पार्ट है। ठीक है जी। सो ये जो है गुजरात के स्थित है। ये तुसीं जरूर ध्यान विच रखना है। ठीक है जी। लोथल तो तुहानूं पूछा जा सीधा भी पूछा जाता है कि लोथल जो है सिद्धू घाटी सभ्यता का एक पार्ट है। ठीक है, तो यह किहड़े राज में स्थित है? तुहाडा बिल्कुल राइट आंसर होएगा गुजरात विच स्थित है। ठीक है। सो जरूर ध्यान च रखियो। बाकी वधदे हां जी अगले क्वेश्चन के बाद। हाँ जी, ऑप्शन जी, इकल्ले साइमोज फुੱਲ विच देखा जाता है? दसो जी एक इकल्ला जो साइमोज फुੱਲ होंदा है, ठीक है जी, उस विच की वेख्या जाता है? यह तुसीं दसना है। सो इसका जो बिल्कुल राइट आंसर है वो जी गार्डनिया देखा जाता है। ठीक है जी, गार्डनिया देखा जाता है। एक इकल्ला जो साइमोज का फुੱਲ होंदा है उस विच की ज़्यादातर देखा जाता है? गार्डेनिया देखा जाता है। इसका बिल्कुल राइट आंसर हो जाएगा। ठीक है। सो इन्होंने गलों तुसीं जरूर ध्यान च रखना है। ठीक है।
ਸੋ ਅਗਲਾ ਪ੍ਰਸ਼ਨ ਜੀ, ਮਲੇਰੀਆ ਦੀਆਂ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਹੜੀ ਇੱਕ ਖਤਰਨਾਕ ਮਲੇਰੀਆ ਹੈ। ਠੀਕ ਹੈ, ਤੁਸੀਂ 4 ਆਪਸ਼ਨ ਵਿੱਚ ਦੱਸਣਾ ਕਿਹੜੀ ਜੋ ਹੈ ਸਭ ਤੋਂ ਖਤਰਨਾਕ ਕਿਸਮ ਹੈ ਮਲੇਰੀਆ ਦੀ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਮੈਲਿਗਨੈਂਟ। ਹਾਂਜੀ, ਬਿਲਕੁਲ ਇਸਦਾ ਰਾਈਟ ਆਨਸਰ ਹੋਏਗਾ ਮੈਲਿਗਨੈਂਟ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਅਤੇ ਮੈਲਿਗਨੈਂਟ ਦਾ ਤੁਹਾਨੂੰ ਮੈਂ ਅਰਥ ਦੱਸ ਦਿੰਦਾ, ਇਹ ਹੁੰਦਾ ਇੱਦਾਂ ਉਂਝ ਵੀ ਜੇ ਮਤਲਬ ਕਰੀਏ ਆਪਾਂ, ਠੀਕ ਹੈ ਜੀ, ਵਿਸਥਾਰ ਕਰੀਏ, ਡੈਫੀਨੇਸ਼ਨ ਕਰੀਏ, ਤਾਂ ਵੀ ਇਸਦਾ ਜੋ ਮਤਲਬ ਹੁੰਦਾ ਉਹ ਖਤਰਨਾਕ ਹੀ ਹੁੰਦਾ ਹੈ। ਠੀਕ ਹੈ ਜੀ, ਇੱਕ ਪੋਇਜ਼ਨ ਦੇ ਤੌਰ 'ਤੇ ਆਪਾਂ ਇਸ ਨੂੰ ਲੈ ਸਕਦੇ ਹਾਂ। ਠੀਕ ਹੈ ਜੀ, ਇਹਦਾ ਮਤਲਬ ਵੀ ਖਤਰਨਾਕ ਹੀ ਹੁੰਦਾ ਹੈ ਮੈਲਿਗਨੈਂਟ ਦਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਜੀ, ਸਿਸਟਮ ਏ ਨਚੂਰੇ ਪੁਸਤਕ ਕਿਸ ਨੇ ਲਿਖੀ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਲੀਨੀਅਸ ਨੇ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਜਾਂ ਲੀਨੀਅਸ ਨੇ ਹੀ ਸਿਸਟਮ ਏ ਨਚੂਰੇ ਪੁਸਤਕ ਲਿਖੀ ਹੈ। ਠੀਕ ਹੈ ਜੀ, ਇਹਨਾਂ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਪੁਸਤਕਾਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਕਿ ਤੁਹਾਨੂੰ ਜੋ ਹੈ ਕੁਐਸਚਨ ਪੁੱਛਿਆ ਜਾ ਸਕਦਾ ਹੈ, 1 ਤੋਂ 2 ਕੁਐਸਚਨ ਜ਼ਰੂਰ ਐਗਜ਼ਾਮ ਵਿੱਚ ਪੁੱਛੇ ਜਾਣਗੇ। ਠੀਕ ਹੈ ਜੀ, ਸੋ ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਨੇ ਜੀ, ਭਾਰਤੀ ਸੰਸਦ ਦੁਆਰਾ ਦਲ ਬਦਲ ਵਿਰੋਧੀ ਬਿੱਲ ਕਿਸ ਸਾਲ ਪਾਸ ਕੀਤਾ ਗਿਆ ਸੀ। ਸੋ ਦੱਸੋ ਜੀ ਇਹਦਾ ਸਹੀ ਉੱਤਰ ਕੀ ਹੋਏਗਾ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 1985 ਦੇ ਵਿੱਚ। ਹਾਂਜੀ, ਇਸਦਾ ਬਿਲਕੁਲ ਰਾਈਟ ਆਨਸਰ ਹੈ ਭਾਰਤੀ ਸੰਸਦ ਦੁਆਰਾ ਦਲ ਬਦਲ ਵਿਰੋਧੀ ਬਿੱਲ ਕਿਸ ਸਾਲ ਵਿੱਚ ਪਾਸ ਕੀਤਾ ਗਿਆ ਸੀਗਾ। ਜੇਕਰ ਤੁਹਾਨੂੰ ਇਹ ਪੁੱਛਿਆ ਜਾਂਦਾ ਹੈ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 1985 ਦੇ ਵਿੱਚ। ਇਸ ਸਾਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ, ਸੋ ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਕੁਐਸਚਨ ਜੀ, ਸਾਡੇ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਫਰਜ਼ ਹਨ। ਠੀਕ ਹੈ ਜੀ, ਬਹੁਤ ਜਿਹੜਾ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 11। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਸਾਡੇ ਸੰਵਿਧਾਨ ਵਿੱਚ 11 ਕੀ ਹਨ, ਬੁਨਿਆਦੀ ਫਰਜ਼ ਹਨ। ਇਸ ਅੰਕ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਹੈ ਜੀ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸਵਿਟਜ਼ਰਲੈਂਡ 'ਚ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੁੱਖ ਦਫ਼ਤਰ ਕਿੱਥੇ ਹੈ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਸਵਿਟਜ਼ਰਲੈਂਡ ਵਿੱਚ ਸਥਿਤ ਹੈ। ਇਸਦਾ ਬਿਲਕੁਲ ਰਾਈਟ ਆਨਸਰ ਬਣ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਜੀ, ਭਾਰਤ ਕਿਸ ਮਹਾਦੀਪ ਵਿੱਚ ਆਉਂਦਾ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਹੈ, ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਠੀਕ ਹੈ ਜੀ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਏਸ਼ੀਆ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਠੀਕ ਹੈ ਜੀ, ਭਾਰਤ ਜੋ ਆਉਂਦਾ ਹੈ ਏਸ਼ੀਆ ਮਹਾਦੀਪ ਦੇ ਵਿੱਚ ਆਉਂਦਾ ਹੈ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ, ਇਲੈਕਟ੍ਰਿਕ ਬਲਬ ਦੀ ਕਾਢ ਕਿਸ ਨੇ ਕੀਤੀ ਸੀ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਥਾਮਸ ਅਲਵਾ ਐਡੀਸਨ ਨੇ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ। ਇਸ ਨਾਮ ਨੂੰ ਤੁਸੀਂ ਜ਼ਰੂਰ ਧਿਆਨ ਰੱਖਿਓ। ਇਲੈਕਟ੍ਰਿਕ ਬਲਬ ਜੋ ਆਪਣੇ ਆਮ ਆਪਾਂ ਘਰਾਂ ਵਿੱਚ ਵਰਤਦੇ ਹਾਂ। ਠੀਕ ਹੈ ਜੀ, ਸੋ ਉਸਦੇ ਜੋ ਖੋਜ ਜਾਂ ਕਾਢ ਕਿਸ ਨੇ ਕੀਤੀ ਸੀਗੀ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਥਾਮਸ ਅਲਵਾ ਐਡੀਸਨ ਨੇ। ਠੀਕ ਹੈ ਜੀ, ਸੋ ਬਾਕੀ ਤੁਹਾਨੂੰ ਇਮੇਜ ਵੀ ਮੈਂ ਸ਼ੋਅ ਕਰਵਾ ਰਿਹਾ ਜੋ ਸਭ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਪਹਿਲਾਂ ਜੋ ਹੈ ਇਲੈਕਟ੍ਰਿਕ ਬਲਬ, ਠੀਕ ਆ, ਬਣਾਇਆ ਗਿਆ ਸੀਗਾ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ, ਹਵਾਈ ਜਹਾਜ਼ ਦੀ ਕਾਢ ਕਿਸ ਨੇ ਕੀਤੀ ਸੀ। ਭਾਵ ਹਵਾਈ ਜਹਾਜ਼ ਜੋ ਹੈ, ਠੀਕ ਹੈ ਜੀ, ਏਅਰਪਲੇਨ, ਉਸ ਦੀ ਜੋ ਹੈ ਕਾਢ ਜਾਂ ਖੋਜ ਕਿਸ ਨੇ ਕੀਤੀ ਸੀ, ਇਹ ਤੁਸੀਂ ਦੱਸਣਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਰਾਈਟ ਬ੍ਰਦਰਸ। ਹਾਂਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਹਵਾਈ ਜਹਾਜ਼ ਦੀ ਕਾਢ ਜਾਂ ਖੋਜ ਕਿਸ ਨੇ ਕੀਤੀ ਸੀ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਰਾਈਟ ਬ੍ਰਦਰਸ ਨੇ। ਠੀਕ ਹੈ ਜੀ, ਸੋ ਇਹ ਜੀ ਰਾਈਟ ਬ੍ਰਦਰਸ ਸੀ ਜੋ ਇਹ 2 ਸਕੇ ਭਰਾ ਸੀਗੇ। ਠੀਕ ਹੈ, ਅਤੇ ਇਹਨਾਂ ਨੇ ਸਭ ਤੋਂ ਪਹਿਲਾਂ ਜੋ ਹੈ ਪਲੇਨ ਜਾਂ ਜਹਾਜ਼ ਤਿਆਰ ਕੀਤਾ ਸੀ। ਠੀਕ ਹੈ, ਤੁਸੀਂ ਸਭ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਪਹਿਲਾ ਜੋ ਜਹਾਜ਼ ਤੁਸੀਂ ਦੇਖ ਸਕਦੇ ਹੋ, ਇਮੇਜ ਤੁਹਾਨੂੰ ਮੈਂ ਸਾਈਡ 'ਤੇ ਸ਼ੋਅ ਕਰਵਾ ਰਿਹਾ। ਠੀਕ ਹੈ, ਤੁਸੀਂ ਦੇਖ ਸਕਦੇ ਹੋ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ, ਭਾਰਤੀ ਸੰਗੀਤ ਦੇ ਮਹਾਨ ਉਸਤਾਦ ਬਿਸਮਿਲ੍ਹਾ ਖਾਨ ਦਾ ਨਾਮ ਇਸ ਨਾਲ ਸੰਬੰਧਿਤ ਹੈ। ਦੱਸੋ ਜੀ ਕਿਸ ਨਾਲ ਸੰਬੰਧਿਤ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸ਼ਹਿਨਾਈ ਨਾਲ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਇਸਦਾ ਭਾਰਤ ਦੇ ਸੰਗੀਤ, ਠੀਕ ਹੈ, ਤੁਹਾਨੂੰ ਸ਼ਾਇਦ ਤੁਸੀਂ ਸੁਣੇ ਹੋਵੇ ਇਹਨਾਂ ਨੂੰ। ਭਾਰਤੀ ਸੰਗੀਤ ਦੇ ਮਹਾਨ ਉਸਤਾਦ ਹਨ ਉਸਤਾਦ ਬਿਸਮਿਲ੍ਹਾ ਖਾਨ। ਠੀਕ ਹੈ ਜੀ, ਅਤੇ ਇਹਨਾਂ ਦਾ ਨਾਲ ਕਿਹਨਾਂ ਨਾਲ ਸੰਬੰਧਿਤ ਹੈ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਸ਼ਹਿਨਾਈ ਨਾਲ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਜੀ, ਇਹਨਾਂ ਵਿੱਚੋਂ ਕਿਹੜੀ ਗ੍ਰੀਨ ਹਾਊਸ ਗੈਸ ਨਹੀਂ ਹੈ। ਠੀਕ ਹੈ ਜੀ, ਗ੍ਰੀਨ ਹਾਊਸ ਜੋ ਆਪਣੇ ਵਾਤਾਵਰਨ ਵਿੱਚ, ਠੀਕ ਹੈ ਜੀ, ਕੁਦਰਤੀ ਤੌਰ 'ਤੇ ਪਈ ਹੈ, ਉਸ ਨੂੰ ਆਪਾਂ ਗ੍ਰੀਨ ਹਾਊਸ ਗੈਸ ਕਹਿੰਦੇ ਹਾਂ। 4 ਆਪਸ਼ਨ ਤੁਹਾਡੇ ਸਾਹਮਣੇ, ਦੱਸੋ ਜੀ ਇਹਨਾਂ ਵਿੱਚ ਕਿਹੜੀ ਹੈ ਜੋ ਗ੍ਰੀਨ ਹਾਊਸ ਗੈਸ ਨਹੀਂ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬੀ। ਇਸਦਾ ਬਿਲਕੁਲ ਰਾਈਟ ਆਨਸਰ ਹੈ
O2 ठीक है जी। O2 ਤੁਹਾਨੂੰ ਮੈਂ ਅੱਗੇ ਦੱਸਿਆ O ਭਾਵ ਆਕਸੀਜਨ ਤੇ 2 ਜੇ ਲੱਗਣ ਤਾਂ ਡਾਈਆਕਸਾਈਡ ਇਸ ਦਾ जो है पूरा जो केमिकल नेम बन जाएगा। ਤੁਹਾਡਾ बिल्कुल राइट आंसर हो जाएगा O2 है जो है ग्रीन हाउस गैस नहीं है। ठीक है जी। सो बाकी बढ़ते हैं जी अगले क्वेश्चन के बाद। हाँ जी अठवें जी, ਭਾਰਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਇਸ ਦਿਨ ਮਨਾਇਆ ਜਾਂਦਾ। ਦੱਸੋ ਜੀ ਕਿਸ ਦਿਨ ਮਨਾਇਆ ਜਾਂਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਔਰ ਜੀ 28 ਫਰਵਰੀ ਨੂੰ ਮਨਾਇਆ ਜਾਂਦਾ। ਠੀਕ ਹੈ, ਹਰੇਕ ਸਾਲ ਜੋ ਹੈ ਭਾਰਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ 28 ਫਰਵਰੀ ਨੂੰ ਮਨਾਇਆ ਜਾਂਦਾ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਜੀ, ਯੂਰੋਪੀਅਨ ਯੂਨੀਅਨ ਦੇ ਮੈਂਬਰਾਂ ਦੌਰਾਨ ਸ਼ੁਰੂ ਕੀਤੀ ਸਾਂਝੀ ਮੁਦਰਾ ਦਾ ਨਾਮ ਕੀ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਯੂਰੋ। ਠੀਕ ਹੈ, ਯੂਰੋ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੈਗਾ। ਇੱਕ ਕਰੰਸੀ ਹੈ ਯੂਰੋ। ਠੀਕ ਹੈ ਜੀ। ਅਤੇ ਇਹ ਕੀ ਕੀਤੀ ਗਈ? ਯੂਰਪੀਅਨ ਯੂਨੀਅਨ ਦੇ ਮੈਂਬਰਾਂ ਦੁਆਰਾ ਸ਼ੁਰੂ ਕੀਤੀ ਗਈ ਸੀਗੀ। ਠੀਕ ਹੈ ਜੀ, ਸਾਂਝੀ ਮੁਦਰਾ। ਸੋ ਇਹਦਾ ਨਾਂ ਜੀ ਯੂਰੋ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਕੁਐਸਚਨ ਜੀ, ਕਤਲ ਦੀ ਦਰ ਲਈ ਵਰਤਿਆ ਜਾਂਦਾ ਜ਼ਹਿਰ ਹੈ। ਦੱਸੋ ਜੀ ਜੇ ਆਪਾਂ ਕਤਲ ਕਰਨਾ ਹੋਵੇ, ਠੀਕ ਹੈ, ਕਤਲ ਵਾਸਤੇ ਵੀ ਇੱਕ ਅਲੱਗ ਤਰ੍ਹਾਂ ਦਾ ਜੋ ਹੈ ਪੋਇਜ਼ਨ ਭਾਵ ਜ਼ਹਿਰ ਬਣਾਇਆ ਗਿਆ ਹੈ ਅਤੇ ਉਹ ਤੁਸੀਂ ਦੱਸਣਾ ਹੈ। ਠੀਕ ਹੈ ਜੀ। ਸੋ ਨਾਲ ਤੁਹਾਨੂੰ ਕੈਮੀਕਲ ਨੇਮ ਵੀ ਦੱਸੇ ਗਏ ਨੇ। ਜਿਹਨਾਂ ਨੂੰ ਕੈਮੀਕਲ ਨੇਮ ਪਤਾ ਹੈ ਉੱਥੋਂ ਵੀ ਆਈਡੀਆ ਲਗਾ ਸਕਦੇ ਆ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਔਰ ਜੀ ਬੀ ਇਸ ਦਾ ਬਿਲਕੁਲ ਰਾਈਟ ਆਂਸਰ ਹੈ ਜ਼ਿੰਕ ਫਾਸਫਾਈਡ। ਹਾਂਜੀ ਬਿਲਕੁਲ ਇਹਦਾ ਰਾਈਟ ਆਂਸਰ ਹੈ ਜ਼ਿੰਕ ਫਾਸਫਾਈਡ ਹੈ ਜੋ। ਠੀਕ ਹੈ ਜੀ, ਇਹ ਇੱਕ ਪੋਇਜ਼ਨ ਹੈ, ਜ਼ਹਿਰ ਹੈ ਕਿ ਕਿਹਦੇ ਲਈ ਆਮ ਤੌਰ 'ਤੇ ਜ਼ਿਆਦਾਤਰ ਇਹ ਵਰਤਿਆ ਜਾਂਦਾ ਹੈ? ਕਤਲ ਦੀ ਦਰ ਲਈ ਇਹ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅੱਠ ਜੀ, ਹੇਠ ਦਿੱਤੇ ਤੱਤਾਂ ਵਿੱਚੋਂ ਕਿਹੜਾ ਇੱਕ ਇਲੈਕਟ੍ਰੋਨ ਗਾਉਣ ਦੀ ਸਭ ਤੋਂ ਵੱਡੀ ਪ੍ਰਵਿਰਤੀ ਨੂੰ ਪ੍ਰਦਰਸ਼ਿਤ ਕਰਦਾ ਹੈ? ਦੱਸੋ ਜੀ ਕਿਹੜਾ ਇੱਕ ਇਹ ਇਲੈਕਟ੍ਰੋਨ ਹੈ, ਤੱਤ ਹੈ? ਸੋ ਇਹਦਾ ਜੋ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਲੀਥੀਅਮ ਇਸ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਇਸਦਾ ਜੋ ਇਹ ਹੈ ਇਸਦਾ ਸਿੰਗਲ ਸਿਗਨਲ ਹੈ। ਠੀਕ ਹੈ ਜੀ, Li। ਠੀਕ ਹੈ, ਲੀਥੀਅਮ ਇਸ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਆਠ ਨੇ ਜੀ, ਵਾਈਡਲ ਟੈਸਟ ਦੀ ਵਰਤੋਂ ਇਹਨਾਂ ਦੇ ਨਿਦਾਨ ਲਈ ਕੀਤੀ ਜਾਂਦੀ ਹੈ। ਦੱਸੋ ਜੀ ਕਿਸ ਦੇ ਨਿਦਾਨ ਲਈ ਕੀਤੀ ਜਾਂਦੀ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਟਾਈਫਾਈਡ। ਹਾਂਜੀ ਬਿਲਕੁਲ ਰਾਈਟ ਆਂਸਰ ਹੈ। ਠੀਕ ਹੈ ਜੀ, ਟਾਈਫਾਈਡ ਦਾ ਟੈਸਟ ਜੋ ਹੁੰਦਾ ਹੈ, ਠੀਕ ਹੈ, ਜਦੋਂ ਆਪਾਂ ਪਤਾ ਕਰਾਉਣਾ ਹੋਵੇ ਕਿ ਆਪਾਂ ਨੂੰ ਟਾਈਫਾਈਡ ਹੋਇਆ ਜਾਂ ਨਹੀਂ ਹੋਇਆ, ਠੀਕ ਹੈ, ਉਹਨੂੰ ਵਾਈਡਲ ਟੈਸਟ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਨਿਦਾਨ ਲਈ, ਦੇਖਣ ਲਈ, ਪਰਖਣ ਲਈ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਕੁਐਸਚਨ ਜੀ, ਡੈਸ਼ ਵਿੱਚ ਸੇਬੀ ਦੀ ਸਥਾਪਨਾ ਕੀਤੀ ਗਈ ਸੀ। ਦੱਸੋ ਜੀ ਕਿਸ ਸੰਨ ਵਿੱਚ ਕੀਤੀ ਗਈ ਸੀ? ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ 1988 ਦੇ ਵਿੱਚ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਇਸਦਾ 1988 ਦੇ ਵਿੱਚ ਸੇਬੀ ਦੀ ਜੋ ਹੈ ਸਥਾਪਨਾ ਕੀਤੀ ਗਈ ਸੀ। ਤੁਹਾਡਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਜੀ, ਲਿਓਨਲ ਮੈਸੀ, ਠੀਕ ਹੈ, ਸਾਰੇ ਜਾਣਦੇ ਹੋਣਗੇ ਲਿਓਨਲ ਮੈਸੀ ਬਾਰੇ। ਸੋ 4 ਫੀਫਾ ਬੈਲਿਡਨ ਡੀ ਦਾ ਵਿਜੇਤਾ ਅਤੇ ਸਾਲ ਦੇ ਸਰਵੋਤਮ ਵਿਸ਼ਵ ਖਿਡਾਰੀ ਹਨ ਅਤੇ ਇਹ ਕਿਸ ਨਾਲ ਸੰਬੰਧਿਤ ਹਨ? ਠੀਕ ਹੈ ਜੀ। ਸੋ ਲਿਓਨਲ ਮੈਸੀ ਹੈ ਜੋ ਇੱਕ ਫੁੱਟਬਾਲਰ ਪਲੇਅਰ ਹੈ। ਠੀਕ ਹੈ, ਸਾਰਿਆਂ ਨੂੰ ਪਤਾ ਹੋਊਗਾ। ਜਿਹਨਾਂ ਨੂੰ ਨਹੀਂ ਪਤਾ ਦੱਸ ਦਿੰਦੇ ਹਾਂ। ਅਤੇ ਇਹਨਾਂ ਕੋਲ ਕੀ ਹੈ? 4 ਫੀਫਾ ਬੈਲੀਅਨ ਡੀ ਇੱਕ ਟਰੋਫੀ ਹੁੰਦੀ ਹੈ। ਠੀਕ ਹੈ ਜੀ, ਵਿਜੇਤਾ ਹਨ 4 ਹਨ ਇਹਨਾਂ ਕੋਲ। ਠੀਕ ਹੈ ਜੀ। ਅਤੇ ਇਹ ਕਿਸ ਨਾਲ ਸੰਬੰਧਿਤ ਹਨ ਇਹ ਤੁਸੀਂ ਦੱਸਣਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਅਰਜਨਟੀਨਾ। ਠੀਕ ਹੈ, ਜੋ ਵੀ ਇਹਨਾਂ ਨੂੰ ਫੋਲੋ ਕਰਦੇ ਦੇਖਦੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਲਿਓਨਲ ਮੈਸੀ ਹੈ ਜੋ ਉਹ ਕਿੱਥੋਂ ਬਿਲੋਂਗ ਕਰਦੇ ਆ। ਸੋ ਅਰਜਨਟੀਨਾ ਤੋਂ ਬਿਲੋਂਗ ਕਰਦੇ ਆ। ਇਸਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ ਇਹ ਇਹਨਾਂ ਦਾ ਦੇਸ਼ ਹੈ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਅਗਲਾ ਕੁਐਸਚਨ ਹੈ ਜੀ, ਕੋਰਲ ਰੀਫਸ ਨੂੰ ਬਚਾਉਣ ਲਈ ਭਾਰਤ ਸਰਕਾਰ ਨੇ ਹੇਠ ਲਿਖਿਆਂ ਵਿੱਚੋਂ ਇੱਕ, ਠੀਕ ਹੈ ਜੀ, ਸਮੁੰਦਰੀ ਪਾਰਕ ਘੋਸ਼ਿਤ ਕੀਤਾ ਹੈ ਅਤੇ ਉਸ ਦਾ ਨਾਮ ਕੀ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਕੱਛ ਦੀ ਖਾੜੀ। ਹਾਂਜੀ ਬਿਲਕੁਲ ਇਸਦਾ ਰਾਈਟ ਆਂਸਰ ਹੈ ਕੋਰਲ ਰੀਫਸ ਨੂੰ ਬਚਾਉਣ ਲਈ, ਠੀਕ ਹੈ ਜੀ, ਭਾਰਤ ਸਰਕਾਰ ਨੇ ਇੱਕ ਪਾਰਕ ਘੋਸ਼ਿਤ ਕੀਤਾ ਹੈ। ਤੁਹਾਡਾ ਬਿਲਕੁਲ ਰਾਈਟ ਆਂਸਰ ਹੋਏਗਾ ਕਿਹੜਾ ਹੈ? ਕੱਛ ਦੀ ਖਾੜੀ ਇਸਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਲਫਾ ਜੀ, ਯੂਰਿਕ ਐਸਿਡ ਮੁੱਖ ਨਾਈਟ੍ਰੋਜਨ ਰਹਿਤ ਹੈ। ਦੱਸੋ ਜੀ ਕਿਹਨਾਂ ਵਾਸਤੇ ਉਹ ਰਹਿਤ ਹੈ ਯੂਰਿਕ ਐਸਿਡ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਪੰਛੀ। ਠੀਕ ਹੈ ਜੀ, ਪੰਛੀਆਂ ਲਈ ਹੈ ਜੋ ਯੂਰਿਕ ਐਸਿਡ ਹੈ ਮੁੱਖ ਨਾਈਟ੍ਰੋਜਨ ਰਹਿਤ ਹੈ। ਇਸਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਜ਼ਰੂਰ ਧਿਆਨ ਵਿੱਚ ਰੱਖਿਓ। ਸੋ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਖਦੇ ਜੀ, ਚਮਕਦਾਰ ਤਾਪ ਦਾ ਪਤਾ ਲਗਾਉਣ ਲਈ ਹੇਠਾਂ ਦਿੱਤੇ ਯੰਤਰਾਂ ਵਿੱਚੋਂ ਕਿਹੜਾ ਉਪਕਰਨ ਵਰਤਿਆ ਜਾ ਸਕਦਾ ਹੈ?
ਸੋ ਇਹਦਾ ਜੋ ਬਿਲਕੁਲ ਜੋ ਰਾਈਟ ਆਨਸਰ ਹੈ ਉਹ ਹੈ ਜੀ ਥਰਮੋਪਾਈਲ। ਹਾਂਜੀ, ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਜੇਕਰ ਆਪਾਂ ਚਮਕਦਾਰ ਜੋ ਹੁੰਦਾ ਤਾਪ ਉਸ ਦਾ ਪਤਾ ਲਗਾਉਣਾ ਹੋਵੇ, ਠੀਕ ਹੈ ਜੀ, ਕਿੰਨਾ ਹੈ ਇਸ ਕਿਸੇ ਵੀ ਚੀਜ਼ ਵਿੱਚ ਹੋ ਸਕਦਾ ਹੈ, ਠੀਕ ਹੈ, ਪਤਾ ਲਗਾਉਣਾ ਹੋਵੇ ਤਾਂ ਆਪਾਂ ਕਿਹੜਾ ਯੰਤਰ ਯੂਜ਼ ਕਰਾਂਗੇ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਥਰਮੋਪਾਈਲ ਆਪਾਂ ਜੋ ਹੈ ਨਾਂ ਦਾ ਜੋ ਹੈ ਯੰਤਰ ਯੂਜ਼ ਕਰਾਂਗੇ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਕੁਐਸਚਨ ਜੀ, ਜੈਵ ਵਿਭਿੰਨਤਾ ਕੀ ਹੈ? ਦੱਸੋ ਜੀ, ਆਪਸ਼ਨ ਤੁਹਾਡੇ ਸਾਹਮਣੇ ਹੈ ਕਿ ਜੈਵ ਵਿਭਿੰਨਤਾ ਕੀ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ, ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਇੱਕ ਜੰਗਲ ਵਿੱਚ ਕਈ ਕਿਸਮਾਂ ਦੇ ਬਨਸਪਤੀ ਅਤੇ ਜੀਵ ਜੰਤੂ। ਠੀਕ ਹੈ ਜੀ, ਇੱਕ ਜੰਗਲ ਵਿੱਚ ਕਈ ਕਿਸਮ ਦੀ ਬਨਸਪਤੀਆਂ ਹੁੰਦੀਆਂ, ਠੀਕ ਹੈ, ਅਤੇ ਜੀਵ ਜੰਤੂ ਵੀ ਪਾਏ ਜਾਂਦੇ ਹਨ। ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੈਵ ਵਿਭਿੰਨਤਾ ਕਹਿੰਦੇ ਹਾਂ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਅਗਲਾ ਕੁਐਸਚਨ ਜੀ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਔਰਤ ਦਾ ਨਾਮ ਦੱਸਣਾ ਹੈ। ਠੀਕ ਹੈ ਜੀ, ਤੁਸੀਂ ਦੱਸੋ ਕਿਹੜੀ ਹੈ ਉਹ ਔਰਤ ਜਿਹਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਪ੍ਰਧਾਨਗੀ ਕੀਤੀ ਸੀ, ਪਹਿਲੀ ਔਰਤ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਵਿਜੇ ਲక్ష్ਮੀ ਪੰਡਿਤ। ਹਾਂਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ 'ਚ ਪ੍ਰਧਾਨਗੀ ਕਰਨ ਵਾਲੀ ਪਹਿਲੀ ਔਰਤ ਕਿਹੜੀ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਵਿਜੇ ਲక్ష్ਮੀ ਪੰਡਿਤ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ, ਆਖਰ ਜੀ, ਤਣਾਅ ਕਾਰਨ ਧਰਤੀ ਦੀ ਪਰਤ 'ਤੇ ਬਣੇ ਪਹਾੜ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਣਾਅ ਕਾਰਨ ਜੋ ਧਰਤੀ ਉੱਤੇ ਪਹਾੜ ਬਣਦੇ ਹਨ ਉਹਨਾਂ ਨੂੰ ਆਪਾਂ ਕੀ ਨਾਲ ਦਿੰਦੇ ਹਾਂ? ਆਪਸ਼ਨ ਤੁਹਾਡੇ ਸਾਹਮਣੇ ਆ, ਦੱਸੋ ਇਹਦਾ ਸਹੀ ਉੱਤਰ ਕੀ ਹੋਵੇਗਾ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਬਲਾਕ। ਠੀਕ ਹੈ ਜੀ, ਬਲਾਕ ਪਹਾੜੀਆਂ ਜਾਂ ਬਲਾਕ ਪਹਾੜਾਂ ਦਾ ਆਪਾਂ ਨੂੰ ਨਾਂ ਦਿੰਦੇ ਹਾਂ, ਜੋ ਕਿ ਤਣਾਅ ਕਾਰਨ ਧਰਤੀ ਦੇ ਉੱਤੇ ਧਰਤੀ ਦੀ ਪਰਤ 'ਤੇ ਪਹਾੜ ਬਣਦੇ ਹਨ, ਉਹਨੂੰ ਆਪਾਂ ਬਲਾਕ ਪਹਾੜ ਕਹਿੰਦੇ ਹਾਂ। ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਜੀ, ਬੁੱਧ ਸ਼ਬਦ ਦਾ ਅਰਥ ਹੈ। ਸੋ ਅੱਗੇ ਆਪਾਂ ਕਰ ਚੁੱਕੇ ਹਾਂ, ਰਿਪੀਟ ਹੋਇਆ ਕੁਐਸਚਨ, ਅਤੇ ਇਸ 77 ਕੁਐਸਚਨ ਦਾ ਤੁਸੀਂ ਆਨਸਰ ਮੈਨੂੰ ਕਮੈਂਟ ਬੋਕਸ ਦੇ ਵਿੱਚ ਦੱਸਣਾ ਹੈ ਜੇਕਰ ਤੁਹਾਨੂੰ ਯਾਦ ਹੈ। ਠੀਕ ਹੈ ਜੀ, ਇਹਦਾ ਆਨਸਰ ਮੈਂ ਨਹੀਂ ਦੱਸੂੰਗਾ, ਤੁਸੀਂ ਮੈਨੂੰ ਕਮੈਂਟ ਬੋਕਸ ਦੇ ਵਿੱਚ ਦੱਸਿਓ। ਹਾਂਜੀ, ਅਗਲਾ ਕੁਐਸਚਨ ਜੀ, 1917 ਇਸ ਲਈ ਜਾਣਿਆ ਜਾਂਦਾ। ਦੱਸੋ ਜੀ ਕਿਸ ਲਈ ਜਾਣਿਆ ਜਾਂਦਾ ਹੈ? 4 ਆਪਸ਼ਨ ਹੈ ਅਤੇ ਆਪਸ਼ਨਾਂ ਵਿੱਚ ਤੁਸੀਂ ਸਹੀ ਆਨਸਰ ਦੱਸਣਾ ਹੈ। ਜਿਨ੍ਹਾਂ ਨੂੰ ਵੀ ਇਸ ਦਾ ਉੱਤਰ ਪਤਾ ਹੈ ਜ਼ਰੂਰ ਕਮੈਂਟ ਬੋਕਸ ਦੇ ਵਿੱਚ ਦੱਸਿਓ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਰੂਸੀ ਕ੍ਰਾਂਤੀ ਲਈ। ਠੀਕ ਹੈ ਜੀ, ਰੂਸੀ ਕ੍ਰਾਂਤੀ ਲਈ 1917। ਠੀਕ ਹੈ ਜੀ, 1917 ਹੈ, ਸੋਰੀ, ਠੀਕ ਹੈ, 1917 ਸਨ ਹੈ ਜੋ ਜਾਂ ਸਾਲ ਹੈ। ਇਹ ਕਿਸ ਲਈ ਜਾਣਿਆ ਜਾਂਦਾ ਹੈ? ਸਭ ਤੋਂ ਵੱਧ ਰੂਸੀ ਕ੍ਰਾਂਤੀ ਲਈ ਇਹ ਸਨ ਹੈ ਜੋ ਜਾਂ ਸਾਲ ਹੈ ਜਾਣਿਆ ਜਾਂਦਾ ਹੈ। ਠੀਕ ਹੈ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਜੀ, ਸੈੱਲਾਂ ਵਿੱਚ ਤੁਰੰਤ ਊਰਜਾ ਉਤਪਾਦਨ ਲਈ ਇਸ ਨੂੰ ਲੈਣਾ ਚਾਹੀਦਾ ਹੈ। ਦੱਸੋ ਜੀ ਕਿਸ ਨੂੰ ਲੈਣਾ ਚਾਹੀਦਾ? ਜੇ ਆਪਾਂ ਸੈੱਲਾਂ ਦਾ ਤੁਰੰਤ ਊਰਜਾ ਪੈਦਾ ਕਰਨੀ ਹੋਵੇ, ਠੀਕ ਹੈ ਜੀ, ਆਪਣੇ ਸਰੀਰ ਦੇ ਵਿੱਚ, ਤਾਂ ਆਪਾਂ ਨੂੰ ਕੀ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ? ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਗਲੂਕੋਜ਼। ਠੀਕ ਹੈ ਜੀ, ਗਲੂਕੋਜ਼ ਆਪਾਂ ਨੂੰ ਲੈਣਾ ਚਾਹੀਦਾ ਹੈ ਜਦੋਂ ਵੀ ਆਪਾਂ ਨੂੰ ਥਕਾਵਟ ਹੁੰਦੀ ਹੈ ਜਾਂ ਆਪਾਂ ਰਨਿੰਗ ਵਗੈਰਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੋਟੀਨ ਨਹੀਂ ਚਾਹੀਦਾ ਹੁੰਦਾ, ਆਪਾਂ ਨੂੰ ਗਲੂਕੋਜ਼ ਚਾਹੀਦਾ ਹੁੰਦਾ। ਠੀਕ ਹੈ ਜੀ, ਗਲੂਕੋਜ਼ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪਦਾਰਥਾਂ ਵਿੱਚੋਂ ਮਿਲ ਸਕਦਾ ਹੈ। ਸੋ ਆਪਾਂ ਨੂੰ ਸੈੱਲ ਵਿੱਚ ਤੁਰੰਤ ਊਰਜਾ ਉਤਪਾਦਨ ਲਈ ਕੀ ਕਰਨਾ ਚਾਹੀਦਾ ਹੈ? ਗਲੂਕੋਜ਼ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਹੈ। ਅਤੇ ਉਹ ਮਿਠਾਸ ਤੋਂ ਆਪਾਂ ਨੂੰ ਕੋਈ ਵੀ ਮਿੱਠੀ ਆਪਾਂ ਚੀਜ਼ ਲੈ ਸਕਦੇ, ਜੇ ਜਿੱਦਾਂ ਵੀ ਕੋਈ ਵੀ ਸਵੀਟ 'ਚ ਉਹ ਚੀਜ਼ ਹੋ ਸਕਦੀ ਹੈ, ਆਪਾਂ ਉਸ ਤੋਂ ਗਲੂਕੋਜ਼ ਜੋ ਹੈ ਆਪਣੀ ਬੋਡੀ ਨੂੰ ਦੇ ਸਕਦੇ ਹਾਂ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਅਗਲਾ ਕੁਐਸਚਨ ਜੀ, ਮਨੁੱਖੀ ਸਰੀਰ ਵਿੱਚ ਲਿਗਾਮੈਂਟਸ ਡੈਸ਼ ਦੇ ਬਣੇ ਹੁੰਦੇ ਹਨ। ਠੀਕ ਹੈ, ਮਨੁੱਖੀ ਆਪਣੇ ਸਰੀਰ ਵਿੱਚ ਲਿਗਾਮੈਂਟਸ ਹੁੰਦੇ ਆ ਅਤੇ ਉਹ ਹੁਣ ਕਿਸ ਦੇ ਬਣੇ ਹੁੰਦੇ ਆ ਇਹ ਤੁਸੀਂ ਦੱਸਣਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸੀ। ਇਸ ਦਾ ਬਿਲਕੁਲ ਰਾਈਟ ਆਨਸਰ ਹੈ ਚਿੱਟੇ ਰੇਸ਼ੇ ਅਤੇ ਕੁਝ ਪੀਲੇ ਲਚਕੀਲੇ ਰੇਸ਼ੇ ਹੁੰਦੇ ਹਨ, ਜਿਸ ਤੋਂ ਕੀ ਹੈ ਲਿਗਾਮੈਂਟਸ ਆਪਣੇ ਸਰੀਰ ਵਿੱਚ, ਮਨੁੱਖੀ ਸਰੀਰ ਵਿੱਚ ਲਿਗਾਮੈਂਟਸ ਬਣੇ ਹੁੰਦੇ ਹਨ। ਕਾਹਦੇ? ਦੁਬਾਰਾ ਤੋਂ ਰਿਪੀਟ ਕਰ ਰਿਹਾ, ਚਿੱਟੇ ਰੇਸ਼ੇ ਅਤੇ ਕੁਝ ਪੀਲੇ ਲਚਕੀਲੇ ਰੇਸ਼ੇ ਹੁੰਦੇ ਹਨ ਜਿਸ ਤੋਂ ਲਿਗਾਮੈਂਟਸ ਬਣਦੇ ਹਨ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਅਗਲਾ ਕੁਐਸਚਨ ਹੈ ਜੀ, ਸੰਵਿਧਾਨ ਦੀ ਕਿਹੜੀ ਧਾਰਾ ਰਾਜ ਨੂੰ ਗ੍ਰਾਮ ਪੰਚਾਇਤ ਸਥਾਪਿਤ ਕਰਨ ਦਾ ਹੁਕਮ ਦਿੰਦੀ ਹੈ? ਦੱਸੋ ਜੀ ਕਿਹੜੀ ਧਾਰਾ ਹੈ ਜਾਂ ਆਰਟੀਕਲ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਆਰਟੀਕਲ 40। ਹਾਂਜੀ, ਬਿਲਕੁਲ ਇਸਦਾ ਰਾਈਟ ਆਨਸਰ ਹੈ ਆਰਟੀਕਲ 40। ਕੀ ਕਰਦਾ ਹੈ? ਸੰਵਿਧਾਨ ਦੀ ਇੱਕ ਅਜਿਹੀ ਧਾਰਾ ਹੈ ਆਰਟੀਕਲ 40 ਜੋ ਰਾਜ ਨੂੰ ਗ੍ਰਾਮ ਪੰਚਾਇਤ ਸਥਾਪਿਤ ਕਰਨ ਦਾ ਹੁਕਮ ਦਿੰਦੀ ਹੈ। ਠੀਕ ਹੈ ਜੀ, ਸੋ ਇਸ ਵਿੱਚ ਗ੍ਰਾਮ ਪੰਚਾਇਤ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਠੀਕ ਹੈ ਜੀ, ਆਰਟੀਕਲ 40 ਦੇ ਵਿੱਚ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਅਗਲਾ ਕੁਐਸਚਨ ਹੈ ਜੀ, ਵਿਸ਼ਵ ਵਪਾਰ ਸੰਗਠਨ WTO, ਇਹਦੀ ਫੁੱਲ ਫਾਰਮ ਹੈ, ਠੀਕ ਹੈ,
ਡੈਸ਼ ਵਿੱਚ ਲਾਗੂ ਹੋਇਆ ਸੀ। ਦੱਸੋ ਜੀ ਕਿਸ ਵਿੱਚ ਲਾਗੂ, ਕਿਸ ਸੰਨ ਜਾਂ ਕਿਸ ਸਾਲ ਵਿੱਚ ਲਾਗੂ ਕੀਤਾ ਗਿਆ ਸੀ ਵਿਸ਼ਵ ਵਪਾਰ ਸੰਗਠਨ। ਸੋ ਇਹਦੇ 'ਚ ਬਿਲਕੁਲ ਰਾਈਟ ਆਨਸਰ ਹੈ ਭਾਜੀ 1995 ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਜ਼ਰੂਰ ਧਿਆਨ ਰੱਖਿਓ। ਵਿਸ਼ਵ ਵਪਾਰ ਸੰਗਠਨ WTO ਪੁੱਛਿਆ ਜਾਂਦਾ। ਠੀਕ ਹੈ, ਸੋ ਕਿਸ ਸਾਲ ਵਿੱਚ ਲਾਗੂ ਹੋਇਆ ਸੀ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 1995 ਦੇ ਵਿੱਚ। ਇਸ ਸਾਲ ਨੂੰ ਜਾਂ ਇਸ ਸਾਲ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਆਖਿਆ ਜੀ ਇਹਨਾਂ ਵਿੱਚੋਂ ਕਿਸ ਵਿੱਚ ਕਾਰਬਨ ਦੀ ਵੱਧ ਤੋਂ ਵੱਧ ਪ੍ਰਤੀਸ਼ਤਤਾ ਹੁੰਦੀ ਹੈ। ਠੀਕ ਹੈ ਜੀ, ਕਿਸ ਵਿੱਚ ਸਭ ਤੋਂ ਵੱਧ ਕਾਰਬਨ ਦੀ ਜੋ ਹੈ ਪਰਸੈਂਟੇਜ ਹੁੰਦੀ ਹੈ। ਆਪਸ਼ਨ ਤੁਹਾਡੇ ਸਾਹਮਣੇ ਹੈ, ਦੱਸੋ ਇਹਦਾ ਸਹੀ ਉੱਤਰ ਕੀ ਹੋਵੇਗਾ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਕਾਸਟ ਆਇਰਨ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਇਹਨਾਂ ਵਿੱਚੋਂ ਕਿਸ ਵਿੱਚ ਕਾਰਬਨ ਦੀ ਵੱਧ ਤੋਂ ਵੱਧ ਪ੍ਰਤੀਸ਼ਤਤਾ ਹੁੰਦੀ ਹੈ। ਠੀਕ ਹੈ ਜੀ, ਮਾਤਰਾ ਹੁੰਦੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਕਾਸਟ ਆਇਰਨ, ਜਿਸ ਨੂੰ ਆਪਾਂ ਦੇਗੀ ਲੋ ਆਫ ਆਈ ਥਿੰਕ ਕਹਿੰਦੇ ਹਾਂ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਖਣ ਜੀ ਜੋ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਸੋ ਪੌਦੇ ਦੇ ਫੇਫੜੇ ਹਨ। ਠੀਕ ਹੈ, ਪੌਦਿਆਂ ਦੇ ਫੇਫੜੇ ਕਿਹਨਾਂ ਨੂੰ ਮੰਨਿਆ ਜਾਂਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਪੱਤਿਆਂ ਨੂੰ। ਠੀਕ ਹੈ ਜੀ, ਜੋ ਪੌਦੇ ਦੇ ਪੱਤੇ ਹੁੰਦੇ ਹਨ। ਠੀਕ ਹੈ ਜੀ, ਸੋ ਉਹ ਪੌਦਿਆਂ ਦੇ ਪੱਤਿਆਂ ਨੂੰ ਹੀ ਕੀ ਕਿਹਾ ਜਾਂਦਾ, ਉਹਨਾਂ ਦੇ ਫੇਫੜੇ ਦੇ ਤੌਰ 'ਤੇ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਖਣ ਜੀ ਨਰਿੰਦਰ ਮੋਦੀ ਇਹ ਪੋਲੀਟੀਕਲ ਬਾਇਓਗ੍ਰਾਫੀ ਨਾਮੀ ਕਿਤਾਬ ਕਿਸ ਨੇ ਲਿਖੀ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਐਡੀ ਮੈਰੀਨੋ ਨੇ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਨਰਿੰਦਰ ਮੋਦੀ ਇਹ ਪੋਲੀਟੀਕਲ ਬਾਇਓਗ੍ਰਾਫੀ ਨਾਮੀ ਕਿਤਾਬ ਕਿਸ ਨੇ ਲਿਖੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਐਡੀ ਮੈਰੀਨੋ ਨੇ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਲਖਨ ਜੀ ਰੇਡੀਓ ਐਕਟਿਵ ਤੱਤ ਰੇਡੀਅਮ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ। ਸੋ ਬਹੁਤ ਇੰਪੋਰਟੈਂਟ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਮੈਰੀ ਕਿਊਰੀ ਨੇ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਰੇਡੀਓ ਐਕਟਿਵ ਤੱਤ। ਠੀਕ ਹੈ ਜੀ, ਸੋ ਰੇਡੀਅਮ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਮੈਰੀ ਕਿਊਰੀ ਨੇ ਕੀਤੀ ਹੈ। ਇਸ ਨਾਮ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਅਗਲਾ ਨੇ ਜੀ ਗੋਲਡਨ ਗਲੋਬ ਅਵਾਰਡ ਇਸ ਨਾਲ ਸੰਬੰਧਿਤ ਹੈ। ਦੱਸੋ ਜੀ ਆਪਸ਼ਨ ਤੁਹਾਡੇ ਸਾਹਮਣੇ ਹੈ ਕਿਸ ਨਾਲ ਸੰਬੰਧਿਤ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਫਿਲਮਾਂ ਨਾਲ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਗੋਲਡਨ ਗਲੋਬ ਅਵਾਰਡ ਕਿਸ ਨਾਲ ਸੰਬੰਧਿਤ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਫਿਲਮਾਂ ਦੇ ਨਾਲ ਇਹ ਜੋ ਅਵਾਰਡ ਹੈ ਸੰਬੰਧਿਤ ਹੈ, ਫਿਲਮਾਂ ਦੇ ਵਿੱਚ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਪ ਜੀ ਸਾਹਿਤ ਦੇ ਖੇਤਰ ਵਿੱਚ ਇਹਨਾਂ ਵਿੱਚੋਂ ਕਿਹੜਾ ਭਾਰਤ ਦਾ ਸਭ ਤੋਂ ਉੱਚਾ ਸਨਮਾਨ ਹੈ। ਠੀਕ ਹੈ ਜੀ, ਸੋ ਕਿਹੜਾ ਸਨਮਾਨ ਹੈ ਜੋ ਸਾਹਿਤ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਸਭ ਤੋਂ ਵੱਡਾ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਗਿਆਨਪੀਠ ਪੁਰਸਕਾਰ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਸਾਹਿਤ ਦੇ ਖੇਤਰ ਵਿੱਚ ਤੁਹਾਨੂੰ ਪਤਾ ਹੀ ਹੋਗਾ ਗਿਆਨਪੀਠ ਪੁਰਸਕਾਰ ਬਹੁਤ ਜ਼ਿਆਦਾ ਲੇਖਕਾਂ ਨੂੰ ਮਿਲਿਆ ਹੈ। ਠੀਕ ਹੈ ਜੀ, ਜਿਵੇਂ ਕਿ ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ ਜੀ ਇਹਨਾਂ ਨੂੰ ਅਤੇ ਹੋਰ ਵੀ ਹਨ ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ। ਸਭ ਤੋਂ ਵੱਡਾ ਹੈ ਸਨਮਾਨ ਹੈ ਸਾਹਿਤ ਦੇ ਖੇਤਰ ਦੇ ਵਿੱਚ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਲਫ ਜੀ ਰੈੱਡ ਡੇਟਾ ਬੁੱਕ ਵਿੱਚ ਸ਼ਾਮਲ ਹਨ। ਦੱਸੋ ਜੀ ਰੈੱਡ ਡੇਟਾ ਬੁੱਕ ਵਿੱਚ ਕੀ ਸ਼ਾਮਲ ਹੁੰਦੇ ਹਨ, ਆਪਸ਼ਨ ਤੁਹਾਡੇ ਸਾਹਮਣੇ ਆ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬੀ। ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਦੁਰਲਭ ਪੌਦੇ ਅਤੇ ਜਾਨਵਰ ਖਤਰੇ ਵਿੱਚ ਹਨ। ਠੀਕ ਹੈ ਜੀ, ਇਸ ਬਾਰੇ ਦਿੱਤਾ ਹੁੰਦਾ ਹੈ। ਠੀਕ ਹੈ ਜੀ, ਪੌਦੇ ਅਤੇ ਜਾਨਵਰ ਜੋ ਹਨ ਖਤਰੇ ਵਿੱਚ ਹਨ, ਇਸ ਬਾਰੇ ਇਸ ਵਿੱਚ ਦਿੱਤਾ ਹੁੰਦਾ ਰੈੱਡ ਡੇਟਾ ਬੁੱਕ ਵਿੱਚ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਲਫ ਜੀ ਕਿਹੜੇ ਚਾਰਟ ਐਕਟ ਨੇ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਈਸਟ ਇੰਡੀਆ ਕੰਪਨੀ ਦੀ ਏਕਾਧਿਕਾਰ ਦਾ ਅੰਤ ਕੀਤਾ ਹੈ। ਦੱਸੋ ਜੀ ਕਿਹੜਾ ਚਾਰਟ ਐਕਟ ਹੈ। ਠੀਕ ਹੈ ਜੀ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ 1813 ਦਾ ਚਾਰਟ ਐਕਟ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸਦਾ 1813 ਦਾ ਚਾਰਟ ਐਕਟ ਹੈ। ਇਸਨੇ ਕੀ ਕੀਤਾ ਹੈ, ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਈਸਟ ਇੰਡੀਆ ਕੰਪਨੀ ਦੇ ਏਕਾਧਿਕਾਰ ਦਾ ਅੰਤ ਕਰ ਦਿੱਤਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਗਲਾ ਜੀ ਨੂਰਜਹਾਂ ਦਾ ਅਸਲੀ ਨਾਂ ਕੀ ਹੈ। ਸੋ ਨੂਰਜਹਾਂ ਜੋ ਸੀਗੀ ਇਹ ਕਿਸ ਦੀ ਪਤਨੀ ਸੀ। ਇਹ ਤੁਹਾਨੂੰ ਮੈਂ ਜੋ ਆਪਾਂ ਪੰਜਾਬ ਦੀ ਕੀਤੀ ਸੀ ਉਸ ਵਿੱਚ ਤੁਹਾਨੂੰ ਇਹ ਕੁਐਸਚਨ ਕਰਵਾਇਆ ਸੀਗਾ। ਜਿਨ੍ਹਾਂ ਨੂੰ ਵੀ ਯਾਦ ਹੈ ਕਮੈਂਟ ਬੋਕਸ ਵਿੱਚ ਜ਼ਰੂਰ ਦੱਸਿਓ ਕਿ ਇਹ ਕਿਸ ਦੀ ਪਤਨੀ ਸੀਗੀ ਅਤੇ ਇਸ ਦਾ ਪੂਰਾ ਨਾਮ ਗਿਆਤ ਕਰਾਂਗੇ। ਸੋ ਇਸਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਇਸਦਾ ਬਿਲਕੁਲ ਰਾਈਟ ਆਨਸਰ ਹੈ ਮੇਹਰ ਉਨ ਨਿਸਾ। ਹਾਂਜੀ ਬਿਲਕੁਲ ਰਾਈਟ ਆਨਸਰ ਦਾ ਸੀ। ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਮੇਹਰ ਉਨ ਨਿਸਾ ਜੋ ਹੈ ਨੂਰਜਹਾਂ ਦਾ ਪੂਰਾ ਜੋ ਹੈ ਅਸਲੀ ਨਾਮ ਹੈ। ਇਸ ਨੂੰ ਜ਼ਰੂਰ ਧਿਆਨ ਵਿੱਚ ਤੁਸੀਂ ਰੱਖਿਓ। ਠੀਕ ਹੈ, ਸੋ ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਅਗਲਾ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਧਾਤ ਦਾ ਧਾਤ ਹੈ, ਭਾਵ ਧਾਤ ਦਾ ਧਾਤ ਹੈ। ਆਪਸ਼ਨ ਤੁਹਾਡੇ ਸਾਹਮਣੇ ਹੈ, ਦੱਸੋ
ਇਹਨਾਂ ਵਿੱਚ ਆਪਸ਼ਨ ਵਿੱਚ ਕਿਹੜਾ ਹੈ, ਠੀਕ ਹੈ ਜੀ, ਜੋ ਇੱਕ ਧਾਤ ਦਾ ਵੀ ਧਾਤ ਹੈ, ਠੀਕ ਹੈ ਜੀ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਗੈਲੀਨਾ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਇਹਦਾ ਗੈਲੀਨਾ ਜੋ ਹੈ ਇੱਕ ਧਾਤ ਦਾ ਜੋ ਹੈ ਧਾਤ ਹੈ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਆਠ ਨੇ ਜੀ ਪੱਤਿਆਂ ਰਾਹੀਂ ਸੰਚਾਲਨ ਨੂੰ ਕਿਹਾ ਜਾਂਦਾ ਹੈ। ਦੱਸੋ ਜੀ ਪੱਤਿਆਂ ਰਾਹੀਂ ਸੰਚਾਲਨ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਂਸਰ ਹੋਏਗਾ ਫਲੋਅਰ ਟਰਾਂਸਪੀਰੇਸ਼ਨ, ਠੀਕ ਹੈ ਜੀ। ਟਰਾਂਸਪੀਰੇਸ਼ਨ ਇਹਨੂੰ ਬਿਲਕੁਲ ਇਸਦਾ ਰਾਈਟ ਆਂਸਰ ਹੋਏਗਾ ਫਲੋਅਰ ਟਰਾਂਸਪੀਰੇਸ਼ਨ ਇਸਦਾ ਬਿਲਕੁਲ ਰਾਈਟ ਆਂਸਰ ਹੋਏਗਾ, ਠੀਕ ਹੈ ਜੀ। ਕੀ ਕਿਹਾ ਜਾਂਦਾ ਪੱਤਿਆਂ ਰਾਹੀਂ ਸੰਚਾਲਨ ਨੂੰ ਇਹ ਨਾਮ ਦਿੱਤਾ ਜਾਂਦਾ ਹੈ ਫਲੋਅਰ ਟਰਾਂਸਪੀਰੇਸ਼ਨ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਜੀ ਸਾਡਾ ਵਾਯੂਮੰਡਲ ਡੈਸ਼ ਪਰਤਾਂ ਵਿੱਚ ਵੰਡਿਆ ਹੋਇਆ ਹੈ। ਦੱਸੋ ਜੀ ਕਿੰਨੀਆਂ ਪਰਤਾਂ ਵਿੱਚ ਵੰਡਿਆ ਹੈਗਾ? ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ 5B ਇਸਦਾ ਬਿਲਕੁਲ ਰਾਈਟ ਆਂਸਰ ਹੋਏਗਾ। ਸਾਡਾ ਵਾਯੂਮੰਡਲ ਹੈ ਜੋ ਉਹ 5 ਪਰਤਾਂ ਦੇ ਵਿੱਚ ਵੰਡਿਆ ਹੈ, ਠੀਕ ਹੈ। ਸੋ ਹੁਣ ਆਪਾਂ ਕਰਦੇ 5 ਕਿਹੜੀਆਂ ਕਿਹੜੀਆਂ ਪਰਤਾਂ ਹਨ, ਠੀਕ ਹੈ ਜੀ। ਸੋ ਹੈ ਜੀ ਸੋਮ ਮੰਡਲ, ਸਮਤਾਪ ਮੰਡਲ, ਮੱਧ ਮੰਡਲ, ਆਇਨ ਮੰਡਲ ਅਤੇ ਸਿਫਤ ਮੰਡਲ, ਠੀਕ ਹੈ ਜੀ। ਸੋ ਇਹ ਜੀ 5 ਮੰਡਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਆਠ ਨੇ ਜੀ ਖੇਤੀਬਾੜੀ ਜ਼ਮੀਨ ਨੂੰ ਕੁਝ ਸਾਲਾਂ ਲਈ ਬੇਕਾਰ ਛੱਡਣਾ ਜਿਸ ਨੂੰ ਕਿਹਾ ਜਾਂਦਾ ਹੈ। ਦੱਸੋ ਜੀ ਕੀ ਕਿਹਾ ਜਾਂਦਾ ਉਸ ਨੂੰ ਜੇਕਰ ਆਪਾਂ ਖੇਤੀ ਵਾਲੀ ਜ਼ਮੀਨ ਨੂੰ ਕੁਝ ਸਾਲਾਂ ਤੱਕ ਬੇਕਾਰ ਛੱਡ ਦਿੰਦੇ ਹਾਂ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਜੀ ਸ਼ਿਫਟਿੰਗ ਖੇਤੀ ਕਿਹਾ ਜਾਂਦਾ ਉਸ ਨੂੰ, ਠੀਕ ਹੈ ਜੀ। ਇਹਦਾ ਬਿਲਕੁਲ ਰਾਈਟ ਆਂਸਰ ਹੋਏਗਾ ਖੇਤੀ ਵਾਲੀ ਜ਼ਮੀਨ ਨੂੰ ਜੇਕਰ ਆਪਾਂ ਕੁਝ ਸਾਲਾਂ ਲਈ ਬੇਕਾਰ ਛੱਡ ਦਿੰਦੇ ਹਾਂ ਤਾਂ ਉਸ ਨੂੰ ਸ਼ਿਫਟਿੰਗ ਖੇਤੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਆਠ ਨੇ ਜੀ ਆਕਾਸ਼ ਨੀਲਾ ਦਿਖਾਈ ਦਿੰਦਾ ਹੈ। ਦੱਸੋ ਜੀ ਕਿਸ ਕਾਰਨ ਜੋ ਹੈ ਆਕਾਸ਼ ਆਪਣਾ ਜੋ ਨੀਲਾ ਦਿਖਾਈ ਦਿੰਦਾ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਰਿਲੇ ਸਕੈਟਰਿੰਗ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਇਸਦਾ। ਆਕਾਸ਼ ਨੀਲਾ ਕਿਉਂ ਦਿਖਾਈ ਦਿੰਦਾ ਹੈ? ਕਿਉਂਕਿ ਉਸ ਵਿੱਚ ਕੀ ਹੈ ਰਿਲੇ ਸਕੈਟਰਿੰਗ ਦੇ ਕਾਰਨ ਹੀ ਨੀਲਾ ਦਿਖਾਈ ਦਿੰਦਾ ਹੈ ਆਕਾਸ਼, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਡਾਕਟਰ ਜੀ ਕਿਹੜੀ ਧਾਤੂ ਆਮ ਹਾਲਤਾਂ ਵਿੱਚ ਤਰਲ ਰੂਪ ਵਿੱਚ ਰਹਿੰਦੀ ਹੈ? ਠੀਕ ਹੈ ਜੀ ਕਿਹੜੀ ਧਾਤੂ ਹੈ ਜੋ ਆਮ ਹਾਲਤਾਂ ਵਿੱਚ ਵੀ, ਠੀਕ ਹੈ ਜੀ, ਆਮ ਜਿਹੀਆਂ ਹਾਲਤਾਂ ਵਿੱਚ ਆਪਾਂ ਨੂੰ ਉਸ 'ਤੇ ਕੋਈ ਵੀ ਉਸ ਨੂੰ ਕੋਈ ਅਲੱਗ ਚੀਜ਼ ਨਹੀਂ ਦੇਣੀ ਪੈਂਦੀ ਤਾਂ ਵੀ ਉਹ ਤਰਲ ਪਦਾਰਥ ਵਿੱਚ ਹੀ ਰਹਿੰਦੀ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਪਾਰਾ, ਠੀਕ ਹੈ ਜੀ। ਇਹਦਾ ਬਿਲਕੁਲ ਰਾਈਟ ਆਂਸਰ ਹੈ ਪਾਰਾ ਜੋ ਹੈ ਆਪਣੇ ਥਰਮਾਮੀਟਰ ਵਿੱਚ ਵਰਤਿਆ ਜਾਂਦਾ ਹੈ, ਠੀਕ ਹੈ। ਅਤੇ ਇਹ ਇੱਕ ਕੀ ਹੈ ਪੋਇਜ਼ਨ ਹੈ, ਠੀਕ ਹੈ ਜੀ। ਇਹ ਆਪਣੇ ਮਨੁੱਖੀ ਸਰੀਰ ਲਈ ਬਿਲਕੁਲ ਵੀ ਸਹੀ ਨਹੀਂ ਹੈ, ਜ਼ਹਿਰ ਦਾ ਕੰਮ ਕਰਦੀ ਹੈ, ਠੀਕ ਹੈ ਜੀ। ਅਤੇ ਜੇਕਰ ਕਿਸੇ ਵੀ ਅਣਹੋਣੀ ਕਾਰਨ ਥਰਮਾਮੀਟਰ ਟੁੱਟ ਜੇ ਅਤੇ ਪਾਰਾ ਜੋ ਹੈ ਆਪਣੇ ਮਾਊਥ ਵਿੱਚ ਆ ਜਾਏ ਤਾਂ ਆਪਣੀ ਮੌਤ ਵੀ ਹੋ ਸਕਦੀ ਹੈ। ਇੰਨਾ ਜ਼ਿਆਦਾ ਆਪਣਾ ਜੋ ਹੈ ਇਹ ਪਾਰਾ ਜੋ ਹੈ ਹਾਨੀਕਾਰਕ ਹੁੰਦਾ ਆਪਣੇ ਲਈ, ਠੀਕ ਹੈ ਜੀ। ਸੋ ਇਹ ਕੀ ਹੈ ਤਰਲ ਹੀ ਰਹਿੰਦਾ ਹੈ ਹਰੇਕ ਹਾਲਤਾਂ ਵਿੱਚ। ਇਹ ਜੋ ਆਪਣਾ ਕੁਐਸਚਨ ਸੀਗਾ, ਠੀਕ ਹੈ ਜੀ, ਉਹਦਾ ਬਿਲਕੁਲ ਰਾਈਟ ਆਂਸਰ ਸੀਗਾ ਪਾਰਾ। ਬਾਕੀ ਵੱਧਦੇ ਹਾਂ ਜਿਹੜੇ ਆਪਸ਼ਨ ਦੇ ਵੱਲ ਜ਼ਰੂਰ ਧਿਆਨ 'ਚ ਰੱਖਿਓ। ਹਾਂਜੀ ਆਪਸ਼ਨ ਜੀ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ? ਸੋ ਬਹੁਤ ਜਿਹੜਾ ਇਨੋਵੇਸ਼ਨ ਹੈ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦਾ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਉੱਤਰ ਪ੍ਰਦੇਸ਼। ਹਾਂਜੀ ਬਿਲਕੁਲ ਰਾਈਟ ਆਂਸਰ ਇਹਦਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ? ਤੁਹਾਡਾ ਬਿਲਕੁਲ ਰਾਈਟ ਆਂਸਰ ਹੋਏਗਾ ਉੱਤਰ ਪ੍ਰਦੇਸ਼ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ, ਠੀਕ ਹੈ ਜੀ। ਸੋ ਜ਼ਰੂਰ ਧਿਆਨ ਰੱਖਿਓ। ਬਾਕੀ ਵੱਧਦੇ ਹਾਂ ਜੀ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਪਸ਼ਨ ਜੀ ਭਾਰਤ ਦੇ ਕਿਸ ਰਾਜ ਵਿੱਚ ਚਾਹ ਸਭ ਤੋਂ ਵੱਧ ਹੈ? ਦੱਸੋ ਜੀ ਕਿਸ ਰਾਜ ਵਿੱਚ ਸਭ ਤੋਂ ਵੱਧ ਜੋ ਹੈ ਚਾਹ ਪਾਈ ਜਾਂਦੀ ਹੈ, ਠੀਕ ਹੈ। ਸੋ ਚੌਥਾ ਆਪਸ਼ਨ ਵੇਖ ਲੈਣ ਕੀ ਹੈ ਤਾਂ ਕਰਨਾਟਕ ਹੈ, ਠੀਕ ਹੈ ਜੀ। ਕਰਨਾਟਕ ਤੋਂ ਧਿਆਨ 'ਚ ਜ਼ਰੂਰ ਰੱਖਿਓ। ਸੋ ਭਾਰਤ ਦਾ ਜੋ ਸੀਗਾ ਇਹਦਾ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਅਸਾਮ ਇਸਦਾ ਬਿਲਕੁਲ ਰਾਈਟ ਆਂਸਰ ਹੋਏਗਾ। ਭਾਰਤ ਦੇ ਕਿਸ ਰਾਜ ਵਿੱਚ ਚਾਹ ਦੀ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ ਜਾਂ ਚਾਹ ਪਾਈ ਜਾਂਦੀ ਹੈ? ਤੁਹਾਡਾ ਬਿਲਕੁਲ ਰਾਈਟ ਆਂਸਰ ਹੋਏਗਾ ਅਸਾਮ ਇਸਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਅੱਜ ਦੀ ਵੀਡੀਓ ਬਸ ਇੰਨਾ ਹੀ। ਹੋਪ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ। ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਜਾਇਓ ਅਤੇ ਹੋਰ ਜਾਣਕਾਰੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ, ਲਿੰਕ ਡਿਸਕ੍ਰਿਪਸ਼ਨ 'ਚ ਹੈ। ਤਾਂ ਮਿਲਦੇ ਹਾਂ ਜੀ ਇੱਦਾਂ ਦੀ ਇੱਕ ਹੋਰ ਨਵੀਂ ਨਾਲ। ਉਦੋਂ ਤੱਕ ਲਈ ਰੱਬ ਰਾਖਾ।